ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ऑनलाइन पर्सनैलिटी डेवलपमेंट कैंप का 6वां दिन है जी ते मैं आप सब जी का बहुत बहुत स्वागत करती हाँ जी। मैम आवाज आ रही है? ਅੱਜ ਦੀ ਜਾਪ ਦੀ ਸੇਵਾ ਜਸਲੀਨ ਕੌਰ ਜੀ ਜੋ ਕਿ ਲੁਧਿਆਣੇ ਤੋਂ ਹਨ ਨਿਭਾ ਰਹੇ ਹਨ ਜੀ। ਮੈਂ ਜਸਲੀਨ ਕੌਰ ਜੀ ਨੂੰ ਰਿਕੁਐਸਟ ਕਰਦੀ ਹਾਂ ਕਿ ਉਹ ਅੱਜ ਦੀ ਜਾਪ ਦੀ ਸੇਵਾ ਆਰੰਭ ਕਰਨ ਜੀ। ਜਸਲੀਨ ਕੌਰ ਜੀ ਆਪਣੀ ਵੀਡੀਓ ਔਨ ਕਰੋ। ਵੀਰ ਜੀ ਸਪੋਟ ਕਰ ਦਿਓ ਉਹਨਾਂ ਨੂੰ। ਜਸਲੀਨ ਕੌਰ ਜੀ ਅੱਜ ਦੀ ਜਾਪ ਦੀ ਸੇਵਾ ਆਰੰਭ ਕਰੋ ਜੀ। ਵੀਰ ਜੀ ਜਸਲੀਨ ਕੌਰ ਨੂੰ ਸਪੋਟ ਕਰ ਦਿਓ। ਜਸਲੀਨ ਕੌਰ ਜੀ ਆਪਣਾ हैंड रेस कर लो। जसलीन कौर जी अगर आप जी कैंप विच जुड़ गए हो तो अपना हैंड रेस कर लो। कोई होर बच्चा अगर अज की जाप की सेवा निभाना चाहता हो तो वो हैंड रेस कर सकता है जी। वाहिगुरु जी का खालसा वाहिगुरु जी की फतेह जी। वाहिगुरु जी का खालसा वाहिगुरु जी की फतेह। एक ओंकार ओंकार सतनाम करता पुरख निरभौ निर्वैर अकाल मूरत अजूनी सैपं गुर प्रसाद एक ओंकार सतनाम करता पुरख निरभौ निर्वैर अकाल मूरत अजूनी सैपं गुर प्रसाद एक ओंकार सतनाम करता पुरख निरभौ निर्वैर अकाल मूरत अजूनी सैपं गुर प्रसाद एक ओंकार
करता पुरख निरभौ निर्वैर अकाल मूरत अजूनी सैपं गुर प्रसाद एक ओंकार सतनाम करता पुरख निरभौ निर्वैर अकाल मूरत अजूनी सैपं गुर प्रसाद वाहे गुरु वाहे गुरु वाहे गुरु वाहे गुरु वाहे गुरु। वाहेगुरु जी का खालसा वाहेगुरु जी की फतेह। वाहिगुरु जी का खालसा वाहिगुरु जी की फतेह। कलयुग में कीर्तन प्रधाना गुरमुख जपिए लाए ध्याना। गुरु जी ने कीर्तन ਦੀ ਬਹੁਤ ਹੀ ਮਹਾਨਤਾ ਦੱਸੀ ਹੈ ਜੀ ਤੇ ਕੀਰਤਨ ਹੀ ਮਨ ਨੂੰ ਪਰਮਾਤਮਾ ਨਾਲ ਜੋੜਨ ਦਾ ਇੱਕ ਉੱਤਮ ਸਾਧਨ ਹੈ ਜੀ। ਆਓ ਹੁਣ ਅਸੀਂ ਸਾਰੇ ਰਲ ਕੇ ਕੀਰਤਨ ਸਰਵਣ ਕਰਦੇ ਹਾਂ ਜੀ ਤੇ ਅੱਜ ਦੀ ਕੀਰਤਨ ਦੀ ਸੇਵਾ ਪਰਵਿੰਦਰ ਕੌਰ ਜੀ ਅਤੇ ਹੁਸਨਪ੍ਰੀਤ ਸਿੰਘ ਜੀ ਪੱਟੀ ਤੋਂ ਨਿਭਾ ਰਹੇ ਹਨ। ਮੈਂ ਉਹਨਾਂ ਨੂੰ ਰਿਕੁਐਸਟ ਕਰਦੀ ਹਾਂ ਜੀ ਉਹ ਅੱਜ ਦੀ ਕੀਰਤਨ ਦੀ ਸੇਵਾ ਆਰੰਭ ਕਰਨ ਜੀ। ਵੀਰ ਜੀ ਉਹਨਾਂ ਨੂੰ ਸਪੋਰਟ ਕਰ ਦਿਓ। ਵਾਹਿਗੁਰੂ ਜੀ ਆਵਾਜ਼ ਆਉਂਦੀ ਪਈ ਹੈ ਜੀ? ਵਾਹਿਗੁਰੂ ਜੀ हाँ जी आ रही है जी आवाज आ रही है। हाँ जी आवाज आ रही है जी। स्टार्ट कर दो जी कीर्तन। वाहिगुरू जी।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਸਨਪ੍ਰੀਤ ਸਿੰਘ ਜੀ ਅਤੇ ਪਰਵਿੰਦਰ ਕੌਰ ਜੀ, ਆਪ ਜੀ ਨੇ ਬਹੁਤ ਹੀ ਰਸਪਿੰਨਾ ਕੀਰਤਨ ਕੀਤਾ ਜੀ, ਬਹੁਤ ਹੀ ਆਨੰਦ ਆਇਆ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਆਓ ਹੁਣ ਅਸੀਂ ਆਪਣੇ ਕੈਂਪ ਦੇ ਪਹਿਲੇ ਸੈਸ਼ਨ ਵੱਲ ਚੱਲਦੇ ਹਾਂ ਜੀ। ਅੱਜ ਦਾ ਸਾਡਾ ਫਸਟ ਸੈਸ਼ਨ ਆਕਾਸ਼ਪ੍ਰੀਤ ਸਿੰਘ ਜੀ ਜੋ ਕਿ ਕੈਨੇਡਾ ਤੋਂ ਹਨ, ਉਹ ਲੈ ਰਹੇ ਹਨ ਜੀ, ਤੇ ਮੈਂ ਉਹਨਾਂ ਨੂੰ ਰਿਕੁਐਸਟ ਕਰਦੀ ਹਾਂ ਕਿ ਉਹ ਆਪਣਾ ਅੱਜ ਦਾ ਸੈਸ਼ਨ ਸਟਾਰਟ ਕਰਨ। ਉਹਨਾਂ ਦਾ ਟੌਪਿਕ ਹੈ ਜੀ ਆਪਣੇ ਅਨੁਭਵ। ਆਓ ਅਸੀਂ ਸਾਰੇ ਉਹਨਾਂ ਦੇ ਐਕਸਪੀਰੀਐਂਸਿਸ ਸੁਣਦੇ ਹਾਂ ਜੀ। ਵੀਰ ਜੀ ਆਪਣਾ ਸੈਸ਼ਨ ਸਟਾਰਟ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਮੇਰਾ ਨਾਮ ਖਾਲਸਾ ਫਤਿਹ ਆਕਾਸ਼ਪ੍ਰੀਤ ਵੀਰ ਸਿੰਘ ਜੀ। ਹੈ। ਹਾਂਜੀ ਭੈਣ ਜੀ, ਮੇਰਾ ਨਾਮ ਆਕਾਸ਼ਪ੍ਰੀਤ ਸਿੰਘ ਹੈ। ਮੈਂ APP ਸਟੂਡੈਂਟ ਐਜੂਕੇਸ਼ਨ ਪੰਜਾਬ ਦਾ ਵਿਦਿਆਰਥੀ ਹਾਂ। ਇਸ ਟਾਈਮ ਮੈਂ ਮੌਂਟਰੀਅਲ ਕਾਲਜ ਮੈਟਰਸ ਕਾਲਜ ਮੌਂਟਰੀਅਲ ਵਿਖੇ ਗਲੋਬਲ ਸਪਲਾਈ ਚੇਨ ਮੈਨੇਜਮੈਂਟ ਦਾ ਥਰਡ ਸਮੈਸਟਰ ਦੀ ਪੜ੍ਹਾਈ ਕਰ ਰਿਹਾ ਹਾਂ। ਮੈਂ ਅੱਜ ਆਪਣਾ ਤੁਹਾਡੇ ਸਾਰਿਆਂ ਨਾਲ ਆਪਣਾ ਸਹਿਜ ਪਾਠ ਐਕਸਪੀਰੀਅੰਸ ਤੇ ਆਪਣਾ ਜੀਵਨ ਐਕਸਪੀਰੀਅੰਸ ਕੁਝ ਸਾਂਝਾ ਕਰਨਾ ਚਾਹੁੰਦਾ ਹਾਂ। ਜਦੋਂ ਮੈਂ ਸੈਕੰਡ ਕਲਾਸ ਵਿੱਚ ਪੜ੍ਹਦਾ ਸੀਗਾ ਤਾਂ ਮੇਰੇ ਨਾਲ ਦੇ ਜੋ ਦੋਸਤ ਸੀਗੇ ਸਾਰੇ ਗੁਰੂ ਘਰ ਜਾਂਦੇ ਸੀਗੇ, ਤੇ ਉਹਨਾਂ ਨਾਲ ਮੈਂ ਜਦੋਂ ਸਕੂਲ ਨੂੰ ਸਵੇਰੇ ਮਾਰਨਿੰਗ ਮੈਨੂੰ ਮਿਲਦੇ ਸੀ ਸਕੂਲ ਟਾਈਮ ਤੇ, ਉਹ ਮੈਨੂੰ ਦੱਸਦੇ ਸੀ ਅਸੀਂ ਗੁਰੂ ਘਰ ਕੀ ਕੁਛ ਕੀਤਾ ਕੀ ਕੁਛ ਨਹੀਂ ਕੀਤਾ। ਤੇ ਉਹਨਾਂ ਨੇ ਗੱਲਾਂ ਸੁਣ ਕੇ ਮੈਨੂੰ ਵੀ ਮੇਰੇ ਮਨ ਵਿੱਚ ਵੀ ਇੱਛਾ ਹੁੰਦੀ ਸੀ ਕਿ ਮੈਂ ਵੀ ਗੁਰੂ ਘਰ ਜਾਇਆ ਕਰਾਂ, ਹਨਾ। ਉਸ ਟਾਈਮ ਸਾਡੇ ਘਰ ਵਿੱਚ ਕੋਈ ਵੀ ਕਿਸੇ ਦਾ ਅੰਮ੍ਰਿਤ ਨਹੀਂ ਛਕਿਆ ਹੋਇਆ ਸੀਗਾ, ਕਿਸੇ ਦਾ ਕੋਈ ਪਾਠ ਵੀ ਨਹੀਂ ਸੀ ਕਰਦਾ ਹੈਗਾ। ਮੇਰੇ ਪਾਪਾ ਵੀ ਡਰਿੰਕ ਕਰਦੇ ਸੀ ਉਸ ਟਾਈਮ। ਤੇ ਫਿਰ ਹੌਲੀ ਹੌਲੀ ਮੈਂ ਆਪਣੇ ਦੋਸਤਾਂ ਨਾਲ ਗੁਰੂ ਘਰ ਜਾਣਾ ਸਟਾਰਟ ਕੀਤਾ, ਤੇ ਉੱਥੋਂ ਮੈਂ ਸੰਥਿਆ ਲੈਣੀ ਸਟਾਰਟ ਕੀਤੀ। ਤੇ ਹੌਲੀ ਹੌਲੀ ਮੈਨੂੰ ਦੇਖ ਕੇ ਮੇਰੇ ਪਾਪਾ ਨੇ ਵੀ ਡਰਿੰਕ ਛੱਡ ਦਿੱਤੀ ਤੇ ਮੇਰੇ ਮੰਮਾ ਵੀ ਮੇਰੇ ਨਾਲ ਪਾਠ ਕਰਨਾ ਸ਼ੁਰੂ ਕਰ ਦਿੱਤਾ। ਫਿਰ ਹੌਲੀ ਹੌਲੀ ਸਭ ਤੋਂ ਪਹਿਲਾਂ ਮੇਰੇ ਦਾਦੀ ਜੀ ਨੇ ਅੰਮ੍ਰਿਤ ਛਕ ਲਿਆ। ਇਸ ਤੋਂ ਬਾਅਦ ਫਿਰ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਕਿ ਵਿਸਾਖੀ ਵਾਲੇ ਦਿਨ 2010 ਵਿੱਚ ਮੈਂ ਆਪਣੇ ਪੂਰੇ ਪਰਿਵਾਰ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਛਕ ਲਿਆ ਸੀਗਾ। ਹੌਲੀ ਹੌਲੀ ਫਿਰ ਮੈਂ 5 ਸਾਲਾਂ ਵਿੱਚ ਆਪਣੀ ਗੁਰੂ ਸੰਥਿਆ ਪੂਰੀ ਕੀਤੀ। ਮੈਂ ਪੜ੍ਹਾਈ ਵਿੱਚ ਠੀਕ ਸੀਗਾ, ਮਤਲਬ ਮੇਰੇ ਐਵਰੇਜ ਸਟੂਡੈਂਟ ਸੀਗਾ। ਮੇਰੇ 70 to 80% ਨੰਬਰ ਮੇਰੇ ਆ ਜਾਂਦੇ ਸੀਗੇ ਗੁਰੂ ਸਾਹਿਬ ਦੀ ਕਿਰਪਾ ਨਾਲ। ਤੇ ਹੌਲੀ ਹੌਲੀ ਸਾਡੇ ਸਕੂਲ ਵਿੱਚ ਮਲਟੀਵਰਸਿਟੀ ਇੱਕ ਦਿਨ ਗੁਰੂ ਨਾਨਕ ਮਲਟੀਵਰਸਿਟੀ ਵੱਲੋਂ ਇੱਕ ਵਾਈਸੀ ਆਏ ਸੀਗੇ, ਤੇ ਉਹਨਾਂ ਨੇ ਸਾਨੂੰ ਗੁਰੂ ਨਾਨਕ ਮਲਟੀਵਰਸਿਟੀ ਬਾਰੇ ਜਾਣੂ ਕਰਵਾਇਆ। ਇੱਕ ਦਿਨ ਸਾਡੇ ਪਿੰਡ ਵਿੱਚ ਸਾਡੇ ਸਕੂਲ ਵਿੱਚ ਅੰਕਲ ਜੀ ਦਾ ਕੈਂਪ ਵੀ ਲੱਗਾ, ਸਰਦਾਰ ਜਸਵਿੰਦਰ ਸਿੰਘ ਖਾਲਸੇ ਦਾ ਕੈਂਪ ਵੀ ਲੱਗਾ ਸੀਗਾ, ਤੇ ਉਹਨਾਂ ਨੇ ਜਿੱਥੇ ਆਪਣੇ ਜੀਵਨ ਦਾ ਐਕਸਪੀਰੀਅੰਸ ਸ਼ੇਅਰ ਕੀਤਾ ਸਾਡੇ ਸਾਰਿਆਂ ਨਾਲ। ਤੇ ਉੱਥੇ ਮੈਨੂੰ ਹੋਰ ਵੀ ਪ੍ਰੇਰਨਾ ਮਿਲੀ ਤੇ ਮੈਂ ਗੁਰਬਾਣੀ ਨਾਲ ਹੋਰ ਵੀ ਦਿਲੋਂ ਜੁੜ ਗਿਆ। ਮੇਰਾ ਗੁਰੂ ਸਾਹਿਬ ਤੇ ਵਿਸ਼ਵਾਸ ਹੋਰ ਵੀ ਦ੍ਰਿੜ ਹੋ ਗਿਆ ਉਹਨਾਂ ਨੇ ਗੱਲਾਂ ਸੁਣ ਕੇ। ਤੇ ਹੌਲੀ ਹੌਲੀ ਫਿਰ ਜਦੋਂ ਮੈਂ ਸਹਿਜ ਪਾਠ ਕਰਨਾ ਸ਼ੁਰੂ ਕਰ ਦਿੱਤਾ, ਮੈਨੂੰ ਸੰਸਥਾ ਪੋਥੀਆਂ ਵੀ ਮਿਲੀਆਂ, ਮੈਂ ਸਹਿਜ ਪਾਠ ਕਰਨਾ ਸ਼ੁਰੂ ਕਰ ਦਿੱਤਾ ਤੇ ਮੇਰੀ ਪੜ੍ਹਾਈ ਵਿੱਚ ਹੋਰ ਵੀ ਸੁਧਾਰ ਹੋਇਆ, ਸਾਡੇ ਘਰ ਪਰਿਵਾਰ ਵਿੱਚ ਸੁਧਾਰ ਹੋਇਆ। ਤੇ ਮੈਂ ਬਹੁਤ ਮਤਲਬ ਕਿ ਇੱਕ ਅੰਦਰੋਂ ਐਕਸਪੀਰੀਅੰਸ ਫੀਲ ਕੀਤਾ ਇਸ ਚੀਜ਼ ਨੂੰ ਵੀ ਹਾਂ ਵੀ ਇਹ ਗੱਲ ਸੱਚੀ ਹੈ ਵੀ ਜਦੋਂ ਆਪਾਂ ਗੁਰਬਾਣੀ ਨਾਲ ਜੁੜਦੇ ਹਾਂ ਤਾਂ ਗੁਰੂ ਸਾਹਿਬ ਆਪਣਾ ਹੱਥ ਫੜ ਦੇਣਗੇ। ਫਿਰ ਹੌਲੀ ਹੌਲੀ ਜਦੋਂ ਮੈਂ 10th ਸਟੈਂਡਰਡ ਮੈਂ 80% ਨੰਬਰ ਨਾਲ ਪਾਸ ਕੀਤਾ। ਇਸ ਤੋਂ ਬਾਅਦ ਮੈਂ +1 +2 ਵੀ ਸਾਇੰਸ ਸਟਰੀਮ ਨਾਲ ਪਾਸ ਕੀਤਾ। ਇਸ ਤੋਂ ਬਾਅਦ ਮੈਂ ਐਜੂਕੇਸ਼ਨ ਇਸ ਤੋਂ ਬਾਅਦ ਮੈਂ IELTS ਦੀ ਤਿਆਰੀ ਵੀ ਕੀਤੀ ਸੀਗੀ, ਜਿਸ ਵਿੱਚ ਮੇਰੇ 7 ਬੈਂਡ ਆ ਗਏ ਸੀਗੇ। ਬਟ ਘਰ ਦੀ ਕੰਡੀਸ਼ਨ ਠੀਕ ਸੀਗੀ, ਘਰ ਦੇ ਬਾਹਰ ਨਹੀਂ ਭੇਜ ਸਕਦੇ ਸੀਗੇ, ਇੰਨਾ ਪੈਸਾ ਨਹੀਂ ਸੀਗਾ। ਆਪਾਂ ਸਾਰਿਆਂ ਨੂੰ ਪਤਾ ਹੀ ਹੈ ਵੀ ਜ਼ਿਆਦਾ ਪੈਸੇ ਦੀ ਜ਼ਰੂਰਤ ਪੈਂਦੀ ਹੈ। ਫਿਰ ਅੰਕਲ ਜੀ ਨੇ ਮੇਰੀ ਬਾਂਹ ਫੜੀ। ਅੰਕਲ ਜੀ ਨੇ ਮੈਨੂੰ ਗੁਰੂ ਨਾਨਕ ਮਲਟੀਵਰਸਿਟੀ ਬੁਲਾਇਆ। ਉੱਥੇ ਮੈਨੂੰ ਉੱਥੋਂ ਦਾ ਮਾਹੌਲ ਮੈਨੂੰ ਸਮਝਾਇਆ ਵੀ ਕਿੱਦਾਂ ਬਾਹਰ ਜਾ ਕੇ ਰਹੀਦਾ, ਕਿੱਦਾਂ ਜਾ ਕੇ। ਫਿਰ ਉਹਨਾਂ ਨੇ ਮਦਦ ਵੀ ਕੀਤੀ ਐਜੂਕੇਸ਼ਨ ਪੰਜਾਬ ਦੇ ਤਹਿਤ, ਮੇਰੀ ਕਾਲਜ ਦੀ ਫੀਸ ਵੀ ਭਰੀ, ਜਿਸ ਕਰਕੇ ਅੱਜ ਮੈਂ ਇੱਥੇ ਬੈਠਾ। ਤੇ ਮੈਂ ਸਾਰੇ ਵੀਰਾਂ ਭੈਣਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਇੱਕ ਵਾਰੀ ਗੁਰੂ ਸਾਹਿਬ ਤੇ ਡੋਰਾਂ ਸੱਟ ਕੇ ਦੇਖੋ, ਤੁਹਾਨੂੰ ਜ਼ਰੂਰ ਅਹਿਸਾਸ ਹੋਏਗਾ ਕਿ ਗੁਰਬਾਣੀ ਉੱਤੇ ਡਿਪੈਂਡ ਕਰਨ ਲਈ ਮਤਲਬ ਕਿੰਨਾ ਫਰਕ ਪੈਂਦਾ ਆਪਣੇ ਜੀਵਨ ਨਾਲ। ਆਪਣੇ ਜੀਵਨ ਵਿੱਚ ਛੋਟੀ ਛੋਟੀਆਂ ਗੱਲਾਂ ਵਿੱਚ ਆਪਾਂ ਨੂੰ ਖੁਸ਼ੀ ਲੱਭਣ ਲੱਗ ਜਾਂਦੀ ਆ, ਆਪਣੀਆਂ ਹਰ ਛੋਟੀ ਛੋਟੀ ਇੱਛਾਵਾਂ ਵੀ ਪੂਰੀਆਂ ਹੋਣ ਲੱਗ ਜਾਂਦੀਆਂ, ਜੋ ਆਪਾਂ ਚੀਜ਼ ਐਕਸਪੈਕਟ ਵੀ ਨਹੀਂ ਕਰਦੇ ਆਪਣੀ ਉਹ ਵੀ ਪੂਰੀ ਹੋਣ ਲੱਗ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਤ ਵਿੱਚ ਮੈਂ ਸਾਰਿਆਂ ਗੁਰੂ ਨਾਨਕ ਮਲਟੀਵਰਸਿਟੀ ਦੀ ਟੀਮ ਤੇ ਅੰਕਲ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ
ਕਿ ਅੱਜ ਉਹਨਾਂ ਦੀ ਹੀ ਬਦੌਲਤ ਮੈਂ ਅੱਜ ਇੱਥੇ ਬੈਠਾ ਹਾਂ ਤੇ ਮੈਂ ਪ੍ਰਣ ਕਰਦਾ ਹਾਂ ਕਿ ਮੈਂ ਅੱਗੇ ਵੀ ਇਸੇ ਤਰ੍ਹਾਂ ਜਦੋਂ ਮੈਂ ਆਪਣੇ ਪੈਰਾਂ ਤੇ ਚੰਗੀ ਤਰ੍ਹਾਂ ਸਟੈਂਡ ਹੋ ਜਾਊਂਗਾ, ਮੈਂ EPP ਐਜੂਕੇਸ਼ਨ ਪੰਜਾਬ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਵੀ ਲਊਂਗਾ ਤੇ ਅੰਕਲ ਜੀ ਦੇ ਕਹੇ ਮੁਤਾਬਕ ਸੇਵਾ ਵੀ ਕਰੂੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਵੀਰ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੋ ਆਪ ਜੀ ਨੇ ਸਾਡੇ ਨਾਲ ਆਪਣੇ ਅਨੁਭਵ ਨੂੰ ਸ਼ੇਅਰ ਕੀਤਾ। ਇੱਥੇ ਸਾਨੂੰ ਇੱਕ ਗੱਲ ਸਮਝ ਲੈਣਾ ਬਹੁਤ ਜ਼ਰੂਰੀ ਹੈ ਕਿ ਜਦੋਂ ਅਸੀਂ ਫੀਲ ਕਰਦੇ ਹਾਂ ਨਾ ਕਿ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਤਾਂ ਉਹ ਪ੍ਰਮਾਤਮਾ ਹਮੇਸ਼ਾ ਸਾਡੇ ਅੰਗ ਸੰਗ ਸਹਾਈ ਹੋ ਕੇ ਰਹਿੰਦਾ ਹੈ ਤੇ ਸਾਡੀ ਹਰ ਗੱਲ ਦੇ ਵਿੱਚ ਹਮੇਸ਼ਾ ਸਾਡਾ ਸਾਥ ਦਿੰਦਾ ਹੈ। ਵੱਡੀ ਤੋਂ ਵੱਡੀ ਪ੍ਰੋਬਲਮ ਸਾਡੀ ਵਿੱਚ ਉਹ ਸਾਡੀ ਮਦਦ ਕਰਦਾ ਹੈ। ਸੋ ਇਸ ਨੂੰ ਸਮਝਣਾ ਤੇ ਫੀਲ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਵੀ ਸਾਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਪਰਮਾਤਮਾ ਹੀ ਸਾਡੀ ਬਾਹ ਫੜਦਾ ਹੈ ਤੇ ਸਾਡਾ ਸਾਥ ਦਿੰਦਾ ਹੈ। ਸਾਨੂੰ ਸਾਰੀਆਂ ਡੋਰਾਂ ਉਸ ਤੇ ਛੱਡ ਦੇਣੀਆਂ ਚਾਹੀਦੀਆਂ ਹਨ। ਉਹ ਹਮੇਸ਼ਾ ਹੀ ਅੰਗ ਸੰਗ ਸਹਾਈ ਹੋ ਕੇ ਰਹਿੰਦਾ ਹੈ। ਆਓ ਹੁਣ ਅਸੀਂ ਆਪਣੇ ਕੈਂਪ ਦੇ ਦੂਸਰੇ ਸੈਸ਼ਨ ਵੱਲ ਚੱਲਦੇ ਹਾਂ ਜੀ। ਅੱਜ ਦਾ ਸਾਡਾ ਦੂਸਰਾ ਸੈਸ਼ਨ ਹੈ ਜੀ ਸਵਾਲ ਜਵਾਬ। ਪਿਛਲੇ ਦਿਨਾਂ ਦੇ ਵਿੱਚ ਜੋ ਟੌਪਿਕ ਰਹੇ ਹਨ ਉਸ ਸੰਬੰਧੀ ਵਿਦਿਆਰਥੀਆਂ ਦੇ ਕੁਝ ਸਵਾਲ ਸਨ। ਸੋ ਉਹਨਾਂ ਸਵਾਲਾਂ ਦਾ ਜਵਾਬ ਦੇਣ ਦੇ ਲਈ ਅੱਜ ਸਾਡੇ ਕੋਲ ਵਿਦਵਾਨਾਂ ਦੀ ਪੈਨਲ ਹਾਜ਼ਰ ਹੈ ਜੀ। ਸੋ ਪਹਿਲਾ ਟੌਪਿਕ ਅਣਖ ਅਤੇ ਖਿਮਾ ਬਾਰੇ ਜਿਨ੍ਹਾਂ ਵਿਦਿਆਰਥੀਆਂ ਦੇ ਕੁਝ ਸਵਾਲ ਸਨ ਉਹਨਾਂ ਦੇ ਜਵਾਬ ਵੀਰ ਬਹਾਦਰ ਸਿੰਘ ਜੀ ਦੇਣਗੇ। ਮੈਂ ਉਹਨਾਂ ਨੂੰ ਰਿਕੁਐਸਟ ਕਰਦੀ ਹਾਂ ਕਿ ਉਹ ਆਪਣਾ ਅੱਜ ਦਾ ਸੈਸ਼ਨ ਸਟਾਰਟ ਕਰਨ ਜੀ। ਵੀਰ ਜੀ ਸਪੋਟ ਕਰ ਦਿਓ ਉਹਨਾਂ ਨੂੰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਫਤਿਹ ਵੀਰ ਜੀ। ਹਾਂਜੀ, ਆਵਾਜ਼ ਕਲੀਅਰ ਆ ਰਹੀ ਹੈ? ਹਾਂਜੀ ਵੀਰ ਜੀ ਆਵਾਜ਼ ਕਲੀਅਰ ਹੈ। ਸੋ ਥੈਂਕ ਯੂ ਭੈਣ ਜੀ। ਸੋ ਪਿਆਰੇ ਬੱਚਿਓ, ਆਪ ਜੀ ਸਾਰੇ ਪਿਛਲੇ ਤਕਰੀਬਨ ਸਵਾ ਮਹੀਨਾ ਆਪਾਂ ਨੂੰ ਹੋਣ ਵਾਲਾ, 1 ਮਹੀਨੇ ਤੋਂ ਉੱਪਰ ਦਿਨ ਕੈਂਪ ਲਗਾਤਾਰ ਚੱਲ ਰਹੇ। ਸੋ ਬੜਾ ਕੁਝ ਨਵਾਂ ਸਿੱਖਣ ਨੂੰ ਮਿਲਿਆ। ਤੁਹਾਡੇ ਤੋਂ ਸਾਨੂੰ ਬਹੁਤ ਸਿੱਖਣ ਨੂੰ ਮਿਲਿਆ, ਕਿਉਂਕਿ ਜੇਕਰ ਸਟੂਡੈਂਟ ਹੀ ਨਹੀਂ ਹੈਗੇ ਤਾਂ ਕੋਈ ਵੀ ਟੀਚਰ ਹੈ ਜਿਹੜਾ ਉਹ ਸਿਖਾ ਨਹੀਂ ਸਕਦਾ। ਇੱਕ ਜਗ੍ਹਾ ਮੈਂ ਇੱਕ ਗੱਲ ਲਿਖੀ ਹੋਈ ਪੜ੍ਹੀ ਸੀ ਭੈਣ ਜੀ ਸਕੂਲ ਦੇ ਵਿੱਚ, ਕਿ ਜਿਹੜੇ ਬੱਚੇ ਨੇ ਉਹ ਪੜ੍ਹਨ ਦੀ ਫੀਸ ਪੇ ਕਰਦੇ ਨੇ ਤੇ ਟੀਚਰ ਪੜ੍ਹਾਉਣ ਦੀ ਤਨਖਾਹ ਲੈਂਦੇ ਨੇ। ਕੰਮ ਆਪਣਾ ਦੋਨਾਂ ਦਾ ਇੱਕੋ ਹੀ ਹੈ। ਹੈਗੇ ਆਪਾਂ ਸਾਰੇ ਸਟੂਡੈਂਟ ਹੀ ਹਾਂ ਤੇ ਆਪਾਂ ਸਾਰੀ ਜ਼ਿੰਦਗੀ ਸਿੱਖਦੇ ਰਹਿਣਾ ਚਾਹੀਦਾ ਹੈ। ਸੋ ਬੇਟਾ ਆਕਾਸ਼ਦੀਪ ਨੇ ਬੇਟੇ ਤੁਹਾਡੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਤੇ ਪੜ੍ਹਾਈ ਦੇ ਵਿੱਚ ਵਧੀਆ ਮਿਹਨਤ ਕਰੀ। ਉਹਨਾਂ ਨੇ 7 ਬੈਂਡ ਲੈ ਕੇ ਅੱਜ ਅੰਕਲ ਜੀ ਉਹਨਾਂ ਦੀ ਲਾਈਫ ਵਿੱਚ ਆਏ। ਬੜੀਆਂ ਐਗਜ਼ਾਮਪਲਾਂ ਨੇ। ਅੰਕਲ ਜੀ ਦਾ ਜੀਵਨ ਹੈ ਜਿਹੜਾ ਉਹ ਸਾਰਾ ਹੀ ਪ੍ਰੇਰਨਾ ਸਰੋਤ ਹੈ। ਆਪਾਂ ਬੜੀਆਂ ਐਗਜ਼ਾਮਪਲਾਂ ਸੁਣੀਆਂ, ਅੰਕਲ ਜੀ ਦੇ ਲੈਕਚਰ ਸੁਣਦੇ ਆ ਸਾਰੇ। ਸੋ ਕੋਸ਼ਿਸ਼ ਹੈ ਬੇਟੇ ਆਪਣੇ ਆਪ ਨੂੰ ਬਦਲਣ ਦੀ। ਜਿੰਨੀ ਦੇਰ ਤੱਕ ਸਾਡੇ ਆਪਣੇ ਅੰਦਰ ਬੇਟੇ ਆਪਣੇ ਆਪ ਨੂੰ ਬਦਲਣ ਦੀ ਇੱਛਾ ਪੈਦਾ ਨਹੀਂ ਹੁੰਦੀ, ਬਾਹਰੀ ਤੌਰ ਤੇ ਸਾਨੂੰ ਕੋਈ ਨਹੀਂ ਬਦਲ ਸਕਦਾ। ਜਿੱਦਾਂ ਅਸੀਂ ਆਪਣੇ ਆਪ ਨੂੰ ਬਦਲਣ ਦਾ ਪ੍ਰਣ ਕਰ ਲਿਆ ਕਿ ਮੈਂ ਕੁਝ ਬਣਨਾ, ਮੈਂ ਕੁਝ ਕਰਨਾ, ਮੈਂ ਬਦਲਣਾ, ਤਾਂ ਸਾਡੇ ਜੀਵਨ ਵਿੱਚ ਅਪਡੇਟ ਹੋਣੀ ਸ਼ੁਰੂ ਹੋ ਜਾਂਦੀ ਹੈ। ਤੇ ਨੋਟ ਕਰਿਓ ਬੇਟੇ, ਤੁਸੀਂ ਸਾਰੇ ਬੱਚੇ ਮੋਬਾਈਲ ਯੂਜ਼ ਕਰਦੇ ਹੋ। ਅਪਡੇਟ ਤੋਂ ਬਿਨਾਂ ਮੋਬਾਈਲ ਵੀ ਨਹੀਂ ਚੱਲਦਾ। ਜਿਹਦੀ ਐਪ ਤੁਸੀਂ ਅਪਡੇਟ ਨਹੀਂ ਕਰੋਗੇ ਨਾ ਤਾਂ ਇਹ ਹੈਂਗ ਹੋਣ ਲੱਗ ਜਾਂਦਾ। ਇਸੇ ਤਰ੍ਹਾਂ ਹੀ ਸਾਡੀ ਲਾਈਫ ਹੈ। ਗੁਰਬਾਣੀ ਦਾ ਜਿਹੜਾ ਵਰਜਨ ਹੈ, ਜਿਹਦੀ ਲਾਈਫ ਵਿੱਚ ਗੁਰਬਾਣੀ ਦਾ ਵਰਜਨ ਨਹੀਂ ਆਇਆ, ਉਹਦੀ ਲਾਈਫ ਹੈ ਜਿਹੜੀ ਗਲਤ ਪਾਸੇ ਚਲੇ ਜਾਂਦਾ। ਜ਼ਿੰਦਗੀ ਜਿਉਂਦਾ ਪਰ ਦੁੱਖਾਂ ਭਰੀ ਜਾਂਦਾ। ਸੋ ਜਿਹੜਾ ਵਿਸ਼ਾ ਅੱਜ ਭੈਣ ਜੀ ਨੇ ਦੱਸਿਆ ਜੀ, ਅਣਖ। ਭੈਣ ਜੀ ਪਲੀਜ਼ ਦੁਬਾਰਾ ਰਿਪੀਟ ਕਰਿਓ, ਅਣਖ ਤੇ ਖਿਮਾ। ਖਿਮਾ ਬਾਰੇ। ਹਾਂਜੀ, ਅਣਖ ਅਤੇ ਖਿਮਾ। ਹਾਂਜੀ ਹਾਂ ਬੇਟੇ, ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਮੈਂ ਸੰਖੇਪ ਚ ਇਹਦੀ ਵਿਚਾਰ ਕਰਾਂਗਾ। ਵੈਸੇ ਬਹੁਤ ਸੋਹਣਾ ਟੌਪਿਕ ਹੈ, ਇਹਦੇ ਲਈ ਟਾਈਮ ਚਾਹੀਦਾ, ਪਰ ਆਪਾਂ ਟਾਈਮ ਚ ਰਹਿ ਕੇ ਵਿਚਾਰ ਕਰਨੀ ਹੈ। ਕਿ ਸਭ ਤੋਂ ਪਹਿਲਾਂ ਸਾਰੇ ਬੱਚੇ, ਤੁਸੀਂ ਬਾਣੀ ਪੜ੍ਹਨ ਵਾਲੇ ਹੋ, ਸਹਿਜ ਪਾਠ ਕਰਨ ਵਾਲੇ ਹੋ, ਇਹ ਫਾਰਮੂਲਾ ਬੇਟੇ ਪੱਕਾ ਜ਼ਰੂਰ ਸਾਰੇ ਬੱਚਿਆਂ ਨੇ ਲਾਉਣਾ ਹੈ ਕਿ ਜਦੋਂ ਅਸੀਂ ਗੁਰਬਾਣੀ ਸਮਝਣੀ ਹੈ ਤਾਂ ਉਹਦੇ ਭਾਵ ਅਰਥ ਹੁੰਦੇ ਆ ਗੁਰਬਾਣੀ ਦੇ। ਜੇ ਸਾਨੂੰ ਭਾਵ ਅਰਥ, ਇੱਕ ਹੁੰਦਾ ਅੱਖਰੀ ਅਰਥ, ਇੱਕ ਹੁੰਦਾ ਭਾਵ ਅਰਥ। ਅੱਖਰੀ ਅਰਥ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਜਿੱਦਾਂ ਆਪਾਂ ਕਹਿੰਦੇ ਹਾਂ ਵਾਕਾਂ ਨੂੰ, ਮੁਹਾਵਰਿਆਂ ਨੂੰ ਵਿੱਚ ਬਦਲੋ, ਮੁਹਾਵਰੇ ਆਉਂਦੇ ਆ ਵੀ। ਮੁਹਾਵਰਾ ਆ ਗਿਆ ਅੱਖ ਦਾ ਤਾਰਾ, ਉਹਨੂੰ ਆਪਾਂ ਲਿਖ ਦਿਆਂਗੇ ਕਿ ਬਹੁਤ ਪਿਆਰਾ। ਗੁਰਮੀਤ ਸਿੰਘ, ਆਕਾਸ਼ਦੀਪ ਸਿੰਘ ਆਪਣੇ ਮਾਤਾ ਪਿਤਾ ਦੀ ਅੱਖ ਦਾ ਤਾਰਾ ਹੈ, ਬਟ ਉਹ ਤਾਰਾ ਨਹੀਂ ਹੈਗਾ। ਭਾਵ ਅਰਥ ਹੋ ਗਿਆ ਨਾ। ਇਸੇ ਤਰ੍ਹਾਂ ਹੀ ਬੇਟੇ ਗੁਰਬਾਣੀ ਦੇ ਵਿੱਚ ਬੜੀਆਂ ਪੰਕਤੀਆਂ ਨੇ, ਜਿੱਦਾਂ ਬਾਬਾ
ਫਰੀਦ ਜੀ ਦਾ ਬਚਨ ਆਉਂਦਾ, ਫਰੀਦਾ ਜੋ ਤੈ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਘੁੰਮ, ਆਪਣੇ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ। ਹੁਣ ਅੱਖਰਾਂ ਤੋਂ ਅਰਥ ਬੇਟੇ ਇਹ ਲੱਗਦਾ ਹੈ ਵੀ ਜੇ ਤੈਨੂੰ ਕੋਈ ਮੁੱਕੀ ਮਾਰਦਾ ਹੈ, ਤੂੰ ਉਹਦੇ ਮੁੱਕੀ ਨਹੀਂ ਮਾਰਨੀ, ਤੈਂ ਉਹਦੇ ਪੈਰ ਫੜ ਲੈਣੇ ਉਹਦੇ ਘਰ ਜਾ ਕੇ। ਲੱਗਦਾ ਏਦਾਂ ਹੀ ਆਪਾਂ ਨੂੰ, ਪਰ ਇਹਦੇ ਜਦੋਂ ਭਾਵ ਅਰਥ ਸਮਝਾਂਗੇ ਬੇਟੇ, ਫਰੀਦਾ ਜੋ ਤੈ ਮਾਰਨ ਮੁੱਕੀਆਂ, ਤੇਰੇ ਬੁਰੇ ਵਿਕਾਰ ਤੈਨੂੰ ਮੁੱਕੀ ਮਾਰਦੇ ਐ। ਕਦੇ ਉਹ ਤੇਰੇ ਅੱਖਾਂ ਰਾਹੀਂ ਦੇਖਣ ਨਾਲ ਮੁੱਕੀ ਮਾਰਦੇ ਐ, ਕੰਨਾਂ ਰਾਹੀਂ ਸੁਣਨ ਨਾਲ ਮੁੱਕੀ ਮਾਰਦੇ ਐ, ਪੈਰਾਂ ਰਾਹੀਂ ਚੱਲਣ ਨਾਲ ਮੁੱਕੀ ਮਾਰਦੇ। ਜਦੋਂ ਵਿਕਾਰ ਤੇਰੇ ਮਨ ਤੇ ਹੈਵੀ ਹੁੰਦਾ ਹੈ ਤਾਂ ਆਪਣੇ ਆਪ ਨੂੰ ਉਹਨੂੰ ਸਮਝਾਉਣਾ ਹੈ ਵੀ ਤੂੰ ਮੇਰਾ ਭਾਈ ਬੁਰਾ ਨਾ ਕਰ। ਸੋ ਅਣਖ ਹੈ ਜਿਹੜੀ ਬੇਟੇ, ਜਦੋਂ ਆਪਾਂ ਅਣਖ ਦੀ ਗੱਲ ਕਰਦੇ ਹਾਂ ਗੁਰਬਾਣੀ ਦੇ ਅੰਦਰ, ਇਸ ਤਰ੍ਹਾਂ ਵੀ ਇਹਨੂੰ ਕਹਿ ਸਕਦੇ ਹਾਂ ਵੀ ਸੈਲਫ ਕੌਨਫੀਡੈਂਸ ਵੀ ਕਹਿ ਸਕਦੇ ਹੋ ਤੁਸੀਂ, ਇਹਨੂੰ ਆਤਮ ਵਿਸ਼ਵਾਸ, ਅਣਖ ਵੀ ਕਹਿ ਲਓ, ਇੱਜ਼ਤ ਵੀ ਕਹਿ ਲਓ। ਪਰ ਕਿਸੇ ਦੀ ਕਹੀ ਹੋਈ ਗੱਲ ਨੂੰ ਅਸੀਂ ਹਮੇਸ਼ਾ ਪੋਜ਼ਿਟਿਵ ਲੈਣਾ ਹੈ। ਅੱਜ ਸਾਡੇ ਸਮਾਜ ਦੇ ਵਿੱਚ ਅਣਖ, ਇੱਜ਼ਤ, ਬੇਇੱਜ਼ਤੀ, ਮੈਨੂੰ ਉਹਨੇ ਆਹ ਕਹਿਤਾ, ਮੈਨੂੰ ਉਹਨੇ ਆਹ ਕਹਿਤਾ, ਇਹ ਸਾਡੇ ਸਿਰ ਤੇ ਬੋਝ ਬਣਿਆ ਪਿਆ। ਬੱਚਿਆਂ ਦੇ ਕੀ ਬਣਿਆ ਪਿਆ ਵੀ ਮੈਨੂੰ ਇਸ ਟੀਚਰ ਨੇ ਇਹ ਕਹਿਤਾ, ਮੇਰੀ ਆਂਟੀ ਨੇ ਇਹ ਕਹਿਤਾ, ਮੇਰੇ ਅੰਕਲ ਨੇ ਇਹ ਕਹਿਤਾ। ਇਸ ਪ੍ਰੋਬਲਮ ਤੋਂ ਲੈ ਕੇ ਬੇਟੇ ਵੱਡਿਆਂ ਦੇ ਵਿੱਚ ਘਰਾਂ ਵਿੱਚ ਲੜਾਈਆਂ ਹੋ ਜਾਂਦੀਆਂ ਨੇ, ਆਪਾਂ ਆਮ ਵੇਖਦੇ ਹਾਂ। ਪਰ ਅਣਖ ਕੀ ਹੈ ਬੇਟੇ, ਕੋਈ ਵੀ ਸਾਨੂੰ ਗੱਲ ਕਹਿੰਦਾ ਉਹਨੂੰ ਅਸੀਂ ਪੋਜ਼ਿਟਿਵ ਲੈਣਾ। ਮੰਨ ਲਓ ਕਿਸੇ ਬੱਚੇ ਨੂੰ ਕਹਿਤਾ ਵੀ ਤੂੰ ਕਿਹੜੇ ਨੰਬਰ ਲੈਣੇ ਨੇ, ਤੂੰ ਤਾਂ ਪਾਸ ਹੋ ਜੇ ਬਹੁਤ ਹੈ। ਉੱਥੇ ਇਹ ਨਹੀਂ ਵੀ ਉਹਦੇ ਨਾਲ ਅਸੀਂ ਬਹਿਸ ਕਰਨ ਲੱਗ ਜਾਣਾ ਵੀ ਤਾਂ ਮੈਂ ਹੁਸ਼ਿਆਰ ਹਾਂ ਤਾਂ ਮੈਨੂੰ ਇਹ ਕਿਉਂ ਕਿਹਾ। ਉਹਦੇ ਲਈ ਥੋੜਾ ਟਾਈਮ ਦੇਵੋ ਬੇਟੇ, ਵੀ ਕੋਈ ਨਹੀਂ, ਅੱਜ ਤੁਸੀਂ ਮੈਨੂੰ ਕਿਹਾ ਨਾ, ਆਪਣੇ ਦਿਮਾਗ ਵਿੱਚ ਇੱਕ ਪਿਕਚਰ ਬਣਾ ਲਈ ਵੀ ਮੈਂ ਕੁਝ ਕਰਕੇ ਵਿਖਾਵਾਂਗਾ। ਕਿਸੇ ਦੀ ਕਹੀ ਗੱਲ ਨੂੰ ਅਸੀਂ ਪੋਜ਼ਿਟਿਵ ਲੈਣਾ, ਇਹ ਅਣਖ ਹੈ, ਜਿਹਨੂੰ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਕਿਹਾ ਮਿੱਠਤ ਨੀਮੀ ਨਾਨਕਾ ਗੁਣ ਚ ਗਈਆਂ ਤਤ। ਪਰ ਜੇਕਰ ਅਸੀਂ ਕਿਸੇ ਦੀ ਕਹੀ ਗੱਲ ਦਾ ਬੁਰਾ ਮਨਾ ਲੈਂਦੇ ਹਾਂ, ਜਿੱਦਾਂ ਬੱਚੇ ਅੱਜ ਆਪਾਂ ਗੁਰੂ ਘਰ ਜਾਂਦੇ ਹਾਂ, ਪਰ ਗੁਰੂ ਸਾਹਿਬ ਕਹਿੰਦੇ ਵੀ ਜੇ ਤੂੰ ਲੰਮਾ ਪੈ ਕੇ ਵੀ ਮੱਥਾ ਟੇਕ ਲੈ ਨਾ, ਤੇਰੇ ਮਨ ਅੰਦਰ ਨਿਮਰਤਾ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਸੀਸ ਨਵਾਏ ਕਿਆ ਥੀ ਹੈ, ਜਾਂ ਰਿਦਕ ਸੁੱਧੇ ਜਾਏ। ਜੇ ਤੇਰੇ ਹਿਰਦੇ ਵਿੱਚ ਗੁਰੂ ਪ੍ਰਤੀ ਪਿਆਰ ਹੀ ਨਹੀਂ, ਸਮਝ ਹੀ ਨਹੀਂ, ਫਿਰ ਤੂੰ ਭਾਵੇਂ ਲੰਮਾ ਪੈ ਕੇ ਵੀ ਮੱਥਾ ਟੇਕੀ ਜਾ, ਫਿਰ ਕੀ ਹੋ ਜਾਣਾ। ਸੋ ਕਹਿਣ ਤੋਂ ਭਾਵ ਕੀ ਹੈ ਬੇਟੇ, ਜਦੋਂ ਇਹ ਸਾਡੇ ਜੀਵਨ ਚ ਆਏਗਾ ਉਦੋਂ ਬਾਅਦ ਸਾਡਾ ਆਤਮਿਕ ਵਿਕਾਸ ਹੋ ਜਾਣਾ। ਦੂਸਰੇ ਪਾਸੇ ਖਿਮਾ, ਵੀ ਮਾਫ ਕਰਨਾ ਕੀ ਗੁਰਬਾਣੀ ਦੇ ਵਿੱਚ ਇਹ ਵੀ ਕਿਹਾ ਵੀ ਅਣਖ ਨਾਲ ਜਿਉਵੋ, ਦੂਜੇ ਪਾਸੇ ਇਹ ਵੀ ਕਿਹਾ ਵੀ ਨਿਮਰਤਾ ਨਾਲ ਰਹੋ, ਮਾਫ ਕਰਨਾ। ਅੱਜ ਦੇ ਯੁੱਗ ਵਿੱਚ ਬੇਟੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਕਈ ਵਾਰ ਮੰਨ ਲਓ, ਛੋਟੀ ਜਿਹੀ ਐਗਜ਼ਾਮਪਲ ਨਾਲ ਤੁਹਾਡੀ ਗੱਲ ਸਮਝ ਲੱਗ ਜੂ ਵੀ ਆਪਾਂ ਜਿਸ ਵੇਲੇ ਬਾਜ਼ਾਰ 'ਚ ਜਾ ਰਹੇ ਹਾਂ, ਮੈਂ ਆਪਣੀ ਐਗਜ਼ਾਮਪਲ ਦਿੰਦਾ। ਮੈਂ ਬਾਜ਼ਾਰ ਜਾ ਰਿਹਾ, ਮੇਰੇ ਨਾਲ ਮੇਰੀ ਵਾਈਫ ਹੈ, ਮੇਰੀਆਂ 2 ਜਵਾਨ ਬੇਟੀਆਂ ਨੇ ਮੇਰੇ ਨਾਲ। ਮੈਨੂੰ ਬਾਜ਼ਾਰ ਦੇ ਵਿੱਚ 2-3 ਗੁੰਡੇ ਮਿਲ ਗਏ, 4 ਗੁੰਡੇ ਮਿਲ ਗਏ। ਉਹਨਾਂ ਨੇ ਮੇਰੇ ਤੇ ਕੋਈ ਕਮੈਂਟ ਕੀਤਾ, ਮੇਰੀ ਬੇਟੀ ਤੇ ਕੋਈ ਕਮੈਂਟ ਕੀਤਾ। ਹੁਣ ਮੈਨੂੰ ਇੱਕਦਮ ਗੁੱਸਾ ਆ ਗਿਆ, ਅਣਖ ਜਾਗ ਗਈ ਨਾ ਮੇਰੇ ਅੰਦਰ ਵੀ ਯਾਰ ਇਹ ਬੰਦੇ ਨੇ ਮੈਨੂੰ ਕਿੱਦਾਂ ਕਿਹਾ। ਪਰ ਜੇ ਉਸ ਵੇਲੇ ਬੇਟੇ ਮੈਂ ਉਹਨਾਂ ਨਾਲ ਪੰਗਾ ਲਵਾਂਗਾ, ਡਿਪੈਂਡ ਔਨ ਸਿਚੁਏਸ਼ਨ, ਸਮੇਂ ਦੇ ਹਾਲਾਤ ਤੇ ਲਿਆ ਹੋਇਆ ਫੈਸਲਾ ਹੀ ਤੁਹਾਡੇ ਭਲੇ ਲਈ ਹੈ। ਉਸ ਸਮੇਂ ਤੁਸੀਂ ਕੀ ਫੈਸਲਾ ਲੈਂਦੇ ਹੋ, ਇਹੀ ਫੈਸਲਾ ਲੈਣ ਦੀ ਸਮਝ ਸਾਨੂੰ ਗੁਰਬਾਣੀ ਵਿੱਚੋਂ ਮਿਲਦੀ ਹੈ। ਬੇਟੇ ਨੋਟ ਕਰਿਓ ਇਹ ਗੱਲ, ਗੁਰਬਾਣੀ ਸਮਝਣ ਦਾ, ਗੁਰਬਾਣੀ ਪੜ੍ਹਨ ਦਾ ਇਹੀ ਮਕਸਦ ਹੈ ਕਿ ਅਸੀਂ ਕਿਸ ਸਮੇਂ ਕੀ ਫੈਸਲਾ ਲੈਣਾ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਉਹ ਉਦੋਂ ਕਨਸੈਪਟ ਪੂਰਾ ਹੁੰਦਾ। ਪਰ ਜੇ ਉਸ ਵੇਲੇ ਜਦੋਂ ਉਹਨੇ ਆਪਾਂ ਨੂੰ ਕਮੈਂਟ ਕੀਤਾ, ਕਿਉਂਕਿ ਉਹ ਇੱਕ ਤਾਂ ਨਸ਼ੇੜੀ ਨੇ, 6-7 ਜਾਣੇ ਇਕੱਠੇ ਹੋਏ ਨੇ, ਉਹਨਾਂ ਦਾ ਗੈਂਗ ਹੈ, ਤੇ ਉਸ ਵੇਲੇ ਮੇਰੇ ਲਈ ਇਹ ਹੈ ਵੀ ਹੁਣ ਮੈਂ ਚੁੱਪ ਕਰਕੇ ਚਲਿਆ ਜਾਵਾਂ। ਇਹਦਾ ਮਤਲਬ ਇਹ ਨਹੀਂ ਵੀ ਮੇਰੀ ਅਣਖ ਮਰ ਗਈ ਹੈ, ਕਿਉਂਕਿ ਉੱਥੇ ਮੇਰੀ ਉਹ ਜ਼ਿਆਦਾ ਬੇਇੱਜ਼ਤੀ ਕਰਨਗੇ, ਜ਼ਿਆਦਾ ਨੁਕਸਾਨ ਕਰਨਗੇ। ਪਰ ਜੇ ਮੈਂ ਉਸ ਵੇਲੇ ਚੁੱਪ ਕਰ ਗਿਆ ਤਾਂ ਮਤਲਬ ਇਹ ਨਹੀਂ ਮੈਂ ਡਰਪੋਕ ਹੋ ਗਿਆ ਨਾ। ਉਹ ਸਹਿਨਸ਼ੀਲਤਾ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰੀਏ ਕਿ ਉਸ ਵੇਲੇ ਬੇਟੇ ਉਹ ਖਿਮਾ ਜਿਹੜੀ ਮੇਰੇ ਅੰਦਰ ਅਣਖ ਹੈ, ਅਣਖ ਜਗਾਉਣੀ। ਸਾਹਿਬਜ਼ਾਦੇ, ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਬੇਟੇ, ਸਾਹਿਬਜ਼ਾਦੇ ਨੀਹਾਂ ਵਿੱਚ ਖੜ ਗਏ ਕਿ ਉਹਨਾਂ ਦੇ ਅੰਦਰ ਅਣਖ ਤਾਂ ਹੈ ਨਾ, ਕਿ ਸਾਨੂੰ ਝੁਕਾ ਕੇ ਦਿਖਾ। ਔਰੰਗਜ਼ੇਬ ਨੂੰ ਕੀ ਕਹਿ ਰਹੇ ਨੇ ਕਿ ਤੂੰ ਸਾਨੂੰ, ਵਜੀਦ ਖਾਨ ਨੂੰ, ਕਿ ਸਾਨੂੰ ਝੁਕਾ ਕੇ ਦਿਖਾ ਦੂੰ। ਪਰ ਝੁਕੇ ਨਹੀਂ ਬੇਟੇ, ਸੱਚ ਤੇ ਖੜੇ ਰਹੇ। ਇਸ ਕਰਕੇ ਅਸੀਂ ਅਣਖ, ਕੋਈ ਵੀ ਸਾਨੂੰ ਗੱਲ ਬੋਲੀ ਜਾਂਦੀ ਹੈ, ਅਸੀਂ ਉਹਨੂੰ ਪੋਜ਼ਿਟਿਵ ਲੈਣਾ ਤੇ ਕੁਝ ਕਰਕੇ ਦਿਖਾਉਣਾ। ਤੇ ਖਿਮਾ, ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਬੇਟੇ ਇਤਿਹਾਸ ਚੋਂ ਹਵਾਲਾ ਦੇ ਕੇ ਮੈਂ ਸਮਾਪਤੀ ਕਰਾਂ। ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਹੈ, ਜਹਾਂਗੀਰ ਨੇ ਕੀਤੀ ਹੈ। ਪਰ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਹਾਂਗੀਰ ਦੇ ਨਾਲ ਫਰੈਂਡਸ਼ਿਪ ਕਰਦੇ ਆ, ਉਹਨਾਂ ਦਾ ਦੋਸਤ ਬਣਦੇ ਆ ਤੇ ਘੋੜੇ ਫੌਜਾਂ ਰੱਖਦੇ ਆ। ਇਹਦਾ ਮਤਲਬ ਇਹ ਥੋੜਾ ਵੀ ਗੁਰੂ ਸਾਹਿਬ ਨੂੰ ਉਹਨੇ ਸ਼ਹੀਦ ਕੀਤਾ, ਜਹਾਂਗੀਰ ਨੂੰ
ਗੁਰੂ ਜੀ ਨੇ ਮਾਫ ਕਰਤਾ, ਮਾਫ ਨਹੀਂ, ਉਸ ਵੇਲੇ ਗੁਰੂ ਜੀ ਨੇ ਆਈਡੀਆ, ਤਕਨੀਕ, ਮੈਥਡ ਲਾਇਆ ਵੀ ਮੈਨੂੰ ਹੁਣ ਕਿਸ ਚੀਜ਼ ਦੀ ਲੋੜ ਹੈ, ਕਿਉਂਕਿ ਕੌਮ ਦੀ ਅਗਵਾਈ ਕਰਨੀ ਹੈ ਨਾ ਬੇਟੇ, ਗੁਰੂ ਸਾਹਿਬ ਨੇ ਅੱਗੇ ਲੈ ਕੇ ਜਾਣੀ ਹੈ ਕੌਮ, ਵੀ ਹੁਣ ਕਿਸ ਵੇਲੇ ਮੈਨੂੰ ਹੁਣ ਮੈਨੂੰ ਕੀ ਫੈਸਲਾ ਲੈਣਾ ਚਾਹੀਦਾ। ਜਿਸ ਤਰ੍ਹਾਂ 9ਵੇਂ ਪਾਤਸ਼ਾਹ ਦਾ ਸ਼ਲੋਕ ਹੈ ਬੇਟੇ, ਤੁਸੀਂ ਸਾਰੇ ਪੜ੍ਹਿਓ, ਪੂਰਾ ਲੰਮਾ ਹੈ ਸ਼ਲੋਕ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਹਰਖ ਸੋਗ ਤੇ ਰਹਿ ਨਿਆਰੋ, ਨਾਹੀਂ ਮਾਨ ਅਪਮਾਨਾ। ਕਹਿੰਦੇ ਨਾ ਉਹਨੂੰ ਹੰਕਾਰ, ਨਾ ਉਹਨੂੰ ਇੱਜ਼ਤ, ਨਾ ਉਹਨੂੰ ਮਾਨ। ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ। ਗੁਰੂ ਸਾਹਿਬ ਕਹਿੰਦੇ ਵੀ ਜਿਹੜੇ ਮਨੁੱਖ ਨੇ ਇਹ ਜੁਗਤ, ਤਰੀਕਾ, ਮੈਥਡ ਗੁਰੂ ਤੋਂ ਸਿੱਖਿਆ ਲੈ ਕੇ ਸਮਝ ਲਿਆ, ਅਣਖ, ਮਾਫੀ, ਇਹ ਚੀਜ਼ਾਂ ਉਹਦੀ ਜ਼ਿੰਦਗੀ ਦੇ ਵਿੱਚ ਸੁਭਾਵਿਕ ਹੀ ਆ ਜਾਂਦੀਆਂ ਨੇ। ਉਹਦਾ ਮਨ ਹੈ ਜਿਹੜਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ, ਉਹ ਕਦੇ ਵੀ ਆਪਣੇ ਆਪ ਨੂੰ ਨੈਗੇਟਿਵ ਨਹੀਂ ਕਰਦਾ, ਹਮੇਸ਼ਾ ਪੋਜ਼ਿਟਿਵ ਰਹਿੰਦਾ। ਸੋ ਇੰਨੀ ਕੁ ਵਿਚਾਰ ਬੇਟੇ ਮੈਂ ਇੱਥੇ ਸਮਾਪਤ ਕਰਦਾ। ਸੋ ਮੈਨੂੰ ਉਮੀਦ ਹੈ ਕਿ ਆਪਣੇ ਆਪ ਤੇ ਸੈਲਫ ਕੌਨਫੀਡੈਂਸ ਪੈਦਾ ਕਰੋ, ਆਪਣੇ ਆਪ ਨਾਲ ਅਣਖ ਪੈਦਾ ਕਰੋ ਵੀ ਮੰਮੀ ਡੈਡੀ ਮੈਂ ਜ਼ਿੰਦਗੀ 'ਚ ਕੁਛ ਬਣ ਕੇ ਦਿਖਾਵਾਂਗਾ, ਮੈਂ ਮਿਹਨਤ ਕਰਾਂਗਾ, ਮੈਂ ਗੁਰਸਿੱਖ ਜੱਜ, ਗੁਰਸਿੱਖ ਵਕੀਲ ਬਣਾਂਗਾ। ਅਣਖ ਨੂੰ ਇਸ ਤਰ੍ਹਾਂ ਲੈਣਾ ਆਪਾਂ ਸਾਰੇ ਬੱਚਿਆਂ ਨੇ, ਨੈਗੇਟਿਵ ਨਹੀਂ ਲੈਣਾ। ਸੋ ਹੋਈਆਂ ਭੁੱਲਾਂ ਦੀ ਖਿਮਾ। ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ, ਸਾਰੇ ਪਿਆਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਵੀਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਸਾਨੂੰ ਐਗਜ਼ਾਮਪਲ ਦੇ ਨਾਲ ਇੰਨੇ ਵਧੀਆ ਤਰੀਕੇ ਨਾਲ ਸਮਝਾਇਆ ਤੇ ਦੱਸਿਆ ਕਿ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਸਮੇਂ ਅਕੋਰਡਿੰਗ ਸਹੀ ਡਿਸੀਜ਼ਨ ਕਿਵੇਂ ਲੈਣਾ ਹੈ ਤੇ ਕਿਸ ਤਰ੍ਹਾਂ ਹਮੇਸ਼ਾ ਪੋਜ਼ਿਟਿਵ ਰਹਿਣਾ ਹੈ ਤੇ ਚੜ੍ਹਦੀ ਕਲਾ ਵਿੱਚ ਰਹਿਣਾ ਹੈ, ਕਦੇ ਵੀ ਨੈਗੇਟਿਵ ਨਹੀਂ ਹੋਣਾ ਹੈਗਾ ਤੇ ਆਪਣੀ ਅੱਖ ਨੂੰ ਜਗਾ ਕੇ ਰੱਖਣਾ ਹੈ ਤੇ ਇਸ ਦੇ ਨਾਲ-ਨਾਲ ਅਸੀਂ ਖਿਮਾ ਦਾ ਗੁਣ ਵੀ ਧਾਰਨ ਕਰਨਾ ਹੈ। ਵੀਰ ਜੀ, ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਹੁਣ ਅਸੀਂ ਆਪਣੇ ਦੂਸਰੇ ਟੌਪਿਕ ਵੱਲ ਚੱਲਦੇ ਹਾਂ। ਸਾਡਾ ਦੂਸਰਾ ਟੌਪਿਕ ਹੈ ਜੀ ਭਗਤੀ ਅਤੇ ਪ੍ਰੇਮਾ ਭਗਤੀ। ਇਸ ਸੰਬੰਧੀ ਜੋ ਵਿਦਿਆਰਥੀਆਂ ਦੇ ਸਵਾਲ ਸਨ, ਉਹਨਾਂ ਦੇ ਆਨਸਰ ਵੀਰ ਪਰਮਜੀਤ ਸਿੰਘ ਜੀ ਕਰਨਗੇ। ਮੈਂ ਵੀਰ ਪਰਮਜੀਤ ਸਿੰਘ ਜੀ ਨੂੰ ਰਿਕੁਐਸਟ ਕਰਦੀ ਹਾਂ ਕਿ ਉਹ ਆਪਣਾ ਅੱਜ ਦਾ ਸੈਸ਼ਨ ਸਟਾਰਟ ਕਰਨ ਜੀ। ਵੀਰ ਜੀ ਹੈਂਡ ਰੇਜ਼ ਕਰ ਲਓ। ਵੀਰ ਜੀ ਉਹਨਾਂ ਨੂੰ ਸਪੋਟ ਕਰ ਦਿਓ। ਵੀਰ ਜੀ ਪਰਮਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਆ ਰਹੀ ਹੈ ਤੁਹਾਡੀ ਆਵਾਜ਼। ਸਾਰੇ ਵਿਦਿਆਰਥੀਆਂ ਅਤੇ ਹੋਰ ਜਿੰਨੇ ਵੀ ਵੀਰ ਭੈਣ ਇਸ ਕੈਂਪ ਦੇ ਵਿੱਚ ਸ਼ਾਮਲ ਹੋਏ ਨੇ, ਸਾਰਿਆਂ ਨੂੰ ਦੁਬਾਰਾ ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਵੀਰ ਬਹਾਦਰ ਸਿੰਘ ਜੀ ਬਹੁਤ ਹੀ ਵਧੀਆ ਲਫ਼ਜ਼ਾਂ ਦੇ ਰਾਹੀਂ ਗੁਰੂ ਸਾਹਿਬ ਜੀ ਦੇ ਸਿਧਾਂਤ ਨੂੰ ਸਾਰੇ ਬੱਚਿਆਂ ਦੇ ਨਾਲ ਸਾਂਝਾ ਕਰ ਰਹੇ ਸਨ, ਜਿੰਦੇ ਵਿੱਚ ਅਣਖ ਅਤੇ ਖਿਮਾ ਦੇ ਬਾਰੇ ਉਹਨਾਂ ਨੇ ਵਿਚਾਰ ਕੀਤੀ। ਇਸੇ ਤਰ੍ਹਾਂ ਹੀ ਦੂਸਰਾ ਅੱਜ ਦਾ ਜੋ ਵਿਸ਼ਾ ਦਿੱਤਾ ਗਿਆ ਹੈ, ਉਹਦੇ ਵਿੱਚ ਹੈ ਜੀ ਭਗਤੀ ਅਤੇ ਪ੍ਰੇਮਾ ਭਗਤੀ। ਜਦੋਂ ਅਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਨੂੰ ਪੜ੍ਹਦੇ ਹਾਂ, ਵਿਚਾਰਦੇ ਹਾਂ, ਜਾਂ ਗੁਰੂ ਸਾਹਿਬ ਜੀ ਦੇ ਜੀਵਨ ਇਤਿਹਾਸ ਦੇ ਨਾਲ ਸਾਡੀ ਸਾਂਝ ਬਣਦੀ ਆ, ਤਾਂ ਆਪਾਂ ਦੇਖਦੇ ਹਾਂ ਕਿ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਜੋ ਸਿਧਾਂਤ ਦ੍ਰਿੜ ਕਰਵਾਏ ਨੇ, ਗੁਰੂ ਕੇ ਸਿੱਖ ਜਦੋਂ ਵੀ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬਾਣੀ ਦੇ ਸਿਧਾਂਤ ਨੂੰ ਸਮਝਣ ਵਾਸਤੇ ਗੁਰੂ ਦਾ ਓਟ ਆਸਰਾ ਤੱਕਦੇ ਨੇ, ਪਾਤਸ਼ਾਹ ਜੀ ਦੇ ਉਹਨਾਂ ਸਿਧਾਂਤਾਂ ਨੂੰ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਅਮਲੀ ਰੂਪ ਦਿੱਤਾ ਹੈ। ਵੈਸੇ ਭਗਤੀ ਧਾਰਮਿਕ ਗ੍ਰੰਥਾਂ ਦੇ ਵਿੱਚ ਜਦੋਂ ਆਪਾਂ ਇਸ ਦੀ ਪਰਿਭਾਸ਼ਾ ਪੜ੍ਹਦੇ ਹਾਂ, ਭਗਤੀ ਇੱਕ ਕਿਰਿਆ ਦਾ ਨਾਮ ਹੈ ਅਤੇ ਪ੍ਰੇਮਾ ਭਗਤੀ ਉਸ ਕਿਰਿਆ ਨੂੰ ਧਾਰਨ ਕਰਨਾ। ਜਿਵੇਂ ਅਸੀਂ ਕੋਈ ਕਾਰਜ ਕਰਦੇ ਹਾਂ, ਉਸ ਦੇ ਵਿੱਚ ਕਿੰਨੇ ਐਕਸਪਰਟ ਹੋ ਜਾਂਦੇ ਆ, ਉਹ ਸਾਡੇ ਤੇ ਡਿਪੈਂਡ ਕਰਦਾ ਹੈ। ਕਿਉਂਕਿ ਜਦੋਂ ਇਨਸਾਨ ਦੇ ਜੀਵਨ ਵੱਲੇ ਦੇਖਦੇ ਹਾਂ ਤਾਂ ਇਨਸਾਨ ਦਾ ਜੀਵਨ ਉਹ ਨਹੀਂ ਜੋ ਬਾਹਰੀ ਦਿਖਾਈ ਦਿੰਦਾ ਹੈ, ਅਸਲ ਦੇ ਵਿੱਚ ਉਹ ਹੈ ਜੋ ਮਨੁੱਖ ਦੇ ਅੰਦਰ ਵਿਚਾਰਾਂ ਦੇ ਵਿੱਚ, ਉਹਦੇ ਹਿਰਦੇ ਦੇ ਵਿੱਚ, ਉਹਦੀ ਸੋਚ ਦੇ ਵਿੱਚ ਹੈ। ਭਾਵੇਂ ਕਿ ਮਨੁੱਖ ਬਾਹਰੋਂ ਆਪਣੇ ਇਸ ਸਰੀਰ ਨੂੰ ਜਾਂ ਆਪਣੀ ਇਸ ਹਸਤੀ ਨੂੰ ਕਿਸੇ ਹੋਰ ਢੰਗ ਦੇ ਨਾਲ ਪੇਸ਼ ਕਰਦਾ ਹੈ, ਪਰ ਗੁਰੂ ਸਾਹਿਬ ਜੀ ਨੇ ਪ੍ਰੇਮਾ ਭਗਤੀ ਦੇ ਬਾਰੇ ਜਦੋਂ ਗੱਲ ਕੀਤੀ, ਉੱਥੇ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਸਿਧਾਂਤ ਦ੍ਰਿੜ ਕਰਵਾਇਆ ਹੈ ਕਿ ਪ੍ਰੇਮਾ ਭਗਤੀ ਉਹ ਹੈ
ਜਿਸ ਦੇ ਵਿੱਚ ਮਨੁੱਖ ਦੇ ਜੀਵਨ ਦੇ ਵਿੱਚ ਅੰਦਰ ਤੇ ਬਾਹਰ ਉਸ ਪ੍ਰਮਾਤਮਾ ਦਾ ਸਿਧਾਂਤ ਹਿਰਦੇ ਦੇ ਵਿੱਚ ਵਸਣ ਕਰਕੇ ਅੰਦਰ ਤੇ ਬਾਹਰ ਉਹਨੂੰ ਪ੍ਰਮਾਤਮਾ ਦਾ ਹੀ ਰੂਪ ਦਿਖਾਈ ਦਿੰਦਾ ਹੈ। ਹੁਣ ਜਿਵੇਂ ਗੁਰੂ ਦੇ ਪਰਖਾਏ ਦੁਨੀਆ ਦੇ ਅੰਦਰ ਕੁਝ ਕੁ ਸਿਧਾਂਤ ਨੇ ਜਿਨ੍ਹਾਂ ਨੂੰ ਮਨੁੱਖ ਆਪਣੇ ਜੀਵਨ ਕਾਲ ਵਿੱਚ ਆਪਣੀ ਸ਼ਾਨ ਸਮਝਦਾ ਹੈ। ਜਿਵੇਂ ਕੋਈ ਬਹੁਤ ਜ਼ਿਆਦਾ ਮਨੁੱਖ ਸੁੰਦਰ ਹੋਵੇ, ਮਨੁੱਖ ਦੀ ਸੁੰਦਰਤਾ ਉਹਦੇ ਹਿਰਦੇ ਦੇ ਵਿੱਚ ਹੰਕਾਰ ਪੈਦਾ ਕਰਦੀ ਹੈ। ਮਨੁੱਖ ਬਹੁਤ ਜ਼ਿਆਦਾ ਸਿਆਣਾ ਹੈ, ਉਹ ਵੀ ਹੰਕਾਰ ਦਾ ਕਾਰਨ ਬਣਦਾ ਹੈ। ਮਨੁੱਖ ਬਹੁਤ ਜ਼ਿਆਦਾ ਅਕਲਮੰਦ ਗਿਆਨੀ ਹੋਵੇ, ਧਨਵੰਤ ਹੋਵੇ, ਧਨਵਾਨ ਹੋਵੇ, ਉਹ ਵੀ ਮਨੁੱਖ ਦੇ ਵਾਸਤੇ ਹੰਕਾਰ ਦਾ ਕਾਰਨ ਬਣ ਜਾਂਦਾ ਹੈ। ਇਸ ਦਾ ਭਾਵ ਕਿ ਮਨੁੱਖ ਦੇ ਗੁਣ ਹੀ ਮਨੁੱਖ ਦੇ ਵਾਸਤੇ ਵਿਨਾਸ਼ ਬਣ ਗਏ, ਇਸ ਦੀ ਜ਼ਿੰਦਗੀ ਦੇ ਅੰਦਰ ਰੁਕਾਵਟ ਬਣ ਗਏ। ਪਰ ਪਾਤਸ਼ਾਹ ਜੀ ਨੇ ਜਿੱਥੇ ਗੁਣਾਂ ਦੀ ਗੱਲ ਕੀਤੀ, ਉੱਥੇ ਨਾਲ ਹੀ ਗੱਲ ਕੀਤੀ। ਪਾਤਸ਼ਾਹ ਜੀ ਕਹਿੰਦੇ ਮਨੁੱਖ ਦੇ ਕੋਲੇ ਇਹ ਸਭ ਕੁਝ ਹੋਵੇ, ਪਰ ਜੇਕਰ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੇਮਾ ਭਗਤੀ ਨਹੀਂ ਹੈ, ਜੇ ਮਾਲਕ ਦੇ ਚਰਨਾਂ ਦੇ ਨਾਲ ਪ੍ਰੀਤ ਨਹੀਂ ਹੈ, ਤਾਂ ਮਨੁੱਖ ਦੇ ਇਹ ਸਾਰੇ ਦੇ ਸਾਰੇ ਜਿਹੜੇ ਕਾਰਜ ਤੇ ਸਾਰੀਆਂ ਦੁਨਿਆਵੀ ਵਸਤੂਆਂ ਨੇ, ਇਹ ਸਾਰੇ ਦੀਆਂ ਸਾਰੀਆਂ ਬੇਕਾਰ ਨੇ ਜੇ ਮਨੁੱਖ ਦੇ ਜੀਵਨ ਦੇ ਅੰਦਰ ਪਰਮਾਤਮਾ ਦਾ ਸਿਮਰਨ, ਪਰਮਾਤਮਾ ਦਾ ਗਿਆਨ, ਪਰਮਾਤਮਾ ਦੀ ਭਗਤੀ ਨਹੀਂ ਆਈ। ਆਪਾਂ ਸ਼ਬਦ ਪੜ੍ਹਦੇ ਹਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਾਤਸ਼ਾਹ ਜੀ ਕਹਿੰਦੇ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਕੀ ਇਹ ਸਾਰੇ ਮਾਨ ਪ੍ਰਾਪਤ ਕਰਨ ਵਾਲੇ ਨੇ? ਪਾਤਸ਼ਾਹ ਜੀ ਕਹਿੰਦੇ ਨਹੀਂ, ਮਿਰਤਕ ਕਹੀਏ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਇਹਨਾਂ ਨੂੰ ਮੁਰਦਾ ਸਮਝੋ ਜੇਕਰ ਤੇਰੇ ਹਿਰਦੇ ਦੇ ਅੰਦਰ ਪਰਮਾਤਮਾ ਦੀ ਭਗਤੀ ਨਹੀਂ ਹੈ, ਜੇ ਤੇਰੇ ਜੀਵਨ ਦੇ ਅੰਦਰ ਗੁਰੂ ਦਾ ਸਿਧਾਂਤ ਨਹੀਂ ਵਸਿਆ। ਤੇ ਫਿਰ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਵੀ ਗੱਲ ਦ੍ਰਿੜ ਕਰਵਾਈ ਕਿ ਸਾਡੇ ਅੰਦਰ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੇਮ ਕੈਸਾ ਹੋਣਾ ਚਾਹੀਦਾ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ। ਸਤਿਗੁਰੂ ਜੀ ਕਹਿੰਦੇ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਕਮਲੇ। ਮਨੁੱਖ ਦੀ ਪ੍ਰੀਤ ਕੈਸੀ ਹੋਣੀ ਚਾਹੀਦੀ ਹੈ ਪਰਮਾਤਮਾ ਦੇ ਨਾਲ, ਕਿਉਂਕਿ ਜੋ ਕੁਝ ਮਨੁੱਖ ਆਪਣੇ ਜੀਵਨ ਦੇ ਅੰਦਰ ਧਾਰਨ ਕਰੇਗਾ, ਜੋ ਮਨੁੱਖ ਨੇ ਸਿਧਾਂਤ ਦ੍ਰਿੜ ਕੀਤੇ ਹਨ, ਉਹੋ ਜਿਹਾ ਹੀ ਮਨੁੱਖ ਦਾ ਜੀਵਨ ਬਣ ਜਾਵੇਗਾ, ਉਹੋ ਜਿਹੇ ਹੀ ਮਨੁੱਖ ਦੇ ਕਾਰਜ ਹੋ ਜਾਣਗੇ। ਜਿਵੇਂ ਇੱਕ ਬਰਤਨ ਦੇ ਵਿੱਚ ਜੋ ਕੁਝ ਅਸੀਂ ਪਾਉਣੇ ਆ, ਉਹਦੇ ਵਿੱਚੋਂ ਉਹੋ ਜਿਹਾ ਹੀ ਪਦਾਰਥ ਸਾਨੂੰ ਵਾਪਸ ਨਿਕਲਦਾ ਹੋਏ ਮਿਲੇਗਾ, ਸਾਨੂੰ ਉਹੀ ਪ੍ਰਾਪਤ ਹੋਏਗਾ ਜੋ ਕੁਝ ਅਸੀਂ ਪਾਇਆ ਹੋਵੇਗਾ। ਇਸੇ ਤਰ੍ਹਾਂ ਹੀ ਸਾਡੇ ਹਿਰਦੇ ਦੇ ਅੰਦਰ ਜੇ ਅਸੀਂ ਗੁਰੂ ਦੇ ਗਿਆਨ ਨੂੰ ਧਾਰਨ ਕਰਕੇ ਪ੍ਰਭੂ ਦੇ ਚਰਨਾਂ ਦੇ ਨਾਲ ਪ੍ਰੀਤ ਪਾਉਣੇ ਹਾਂ, ਤਾਂ ਸਾਡਾ ਸੁਭਾਅ ਵੀ ਸਾਰਿਆਂ ਦੇ ਨਾਲ ਪ੍ਰੇਮਾ ਭਗਤੀ ਵਾਲਾ ਬਣ ਜਾਵੇਗਾ। ਗੁਰੂ ਸਾਹਿਬ ਜੀ ਨੇ ਸਾਨੂੰ ਇਹ ਸਿਧਾਂਤ ਦ੍ਰਿੜ ਕਰਵਾਇਆ ਕਿ ਤੇਰੀ ਪ੍ਰੀਤ ਪਰਮਾਤਮਾ ਦੇ ਨਾਲ ਕੈਸੀ ਹੋਣੀ ਚਾਹੀਦੀ ਹੈ। ਸਤਿਗੁਰੂ ਜੀ ਕਹਿੰਦੇ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਕਮਲੇ। ਜਿਵੇਂ ਕਮਲ ਦੇ ਫੁੱਲ ਦੀ ਪਾਣੀ ਦੇ ਨਾਲ ਪ੍ਰੀਤ ਹੈ। ਹੁਣ ਉਦਾਹਰਨ ਗੁਰੂ ਸਾਹਿਬ ਜੀ ਨੇ ਕਮਲ ਦੇ ਫੁੱਲ ਦੀ ਦਿੱਤੀ ਹੈ। ਕਾਰਨ ਇਹਦਾ ਇਹ ਕਿ ਜਦੋਂ ਕਮਲ ਇੱਕ ਛੱਪੜ ਦੇ ਵਿੱਚ ਖਲੋਤੇ ਹੋਏ ਪਾਣੀ ਦੇ ਵਿੱਚ ਖਿੜਦਾ ਹੈ, ਤੇ ਜਦੋਂ ਹਵਾ ਚੱਲਦੀ ਹੈ, ਉਸ ਹਵਾ ਦੇ ਨਾਲ ਕਮਲ ਦਾ ਫੁੱਲ ਇੱਕ ਪਾਸੇ ਤੋਂ ਦੂਜੇ ਪਾਸੇ ਵੱਲ, ਜੇ ਦੂਜੀ ਦਿਸ਼ਾ ਤੋਂ ਹਵਾ ਚੱਲੀ ਤੇ ਉਹ ਦੂਜੇ ਪਾਸੇ ਵੱਲ, ਕਈ ਹਲਾਰੇ ਤੇ ਕਈ ਲਹਿਰਾਂ ਉਸ ਕਮਲ ਦੇ ਫੁੱਲ ਦੇ ਨਾਲ ਟਕਰਾਉਂਦੀਆਂ ਨੇ, ਉਸ ਨੂੰ ਦੁਖੀ ਤੇ ਪਰੇਸ਼ਾਨ ਕਰਦੀਆਂ ਨੇ। ਪਰ ਉਹ ਕਮਲ ਦਾ ਫੁੱਲ ਕਦੀ ਵੀ ਇਹਨਾਂ ਚੀਜ਼ਾਂ ਦਾ ਗੁੱਸਾ ਨਹੀਂ ਕਰਦਾ, ਕਦੀ ਇਤਰਾਜ਼ ਨਹੀਂ ਕਰਦਾ ਕਿ ਪਾਣੀ ਦੀਆਂ ਛੱਲਾਂ ਨੇ ਮੈਨੂੰ ਨੁਕਸਾਨ ਪਹੁੰਚਾਇਆ ਜਾਂ ਮੈਨੂੰ ਦੁੱਖ ਦਿੱਤਾ। ਗੁਰੂ ਸਾਹਿਬ ਕਹਿੰਦੇ ਇਸੇ ਤਰ੍ਹਾਂ ਹੀ ਮਨੁੱਖ ਤੇਰੇ ਜੀਵਨ ਦੇ ਅੰਦਰ ਪਰਮਾਤਮਾ ਦਾ ਪਿਆਰ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਜਿਵੇਂ ਇੱਕ ਕਮਲ ਦੇ ਫੁੱਲ ਦਾ ਪਾਣੀ ਦੇ ਨਾਲ ਪਿਆਰ ਹੈ। ਫਿਰ ਪਾਤਸ਼ਾਹ ਜੀ ਕਹਿੰਦੇ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਕਮਲੇਹ ਲਹਿਰੀ ਨਾਲ ਪਛਾੜੀਐ ਭੀ ਵਿਕਸੈ ਅਸਨੇਹ। ਪਾਤਸ਼ਾਹ ਜੀ ਕਹਿੰਦੇ ਜਲ ਮਹਿ ਜੀ ਉਪਾਏ ਕੈ ਬਿਨ ਜਲ ਮਰਨ ਤਨੇ। ਉਹਦੇ ਵਿੱਚ ਹੀ ਹੋਰ ਨਵੇਂ ਕਮਲ ਦੇ ਫੁੱਲ ਜਿਹੜੇ ਨੇ ਉਹ ਪੈਦਾ ਹੁੰਦੇ ਨੇ। ਤੇ ਗੁਰੂ ਸਾਹਿਬ ਜੀ ਕਹਿੰਦੇ ਮਨ ਰੇ ਕਿਉਂ ਛੁਟੈ ਬਿਨ ਪਿਆਰ। ਗੁਰੂ ਸਾਹਿਬ ਜੀ ਨੇ ਇਹ ਸਿਧਾਂਤ ਦ੍ਰਿੜ ਕਰਵਾ ਦਿੱਤਾ ਹੈ ਕਿ ਤੇਰਾ ਛੁਟਕਾਰਾ ਪ੍ਰਭੂ ਪਰਮਾਤਮਾ ਦੇ ਪਿਆਰ ਤੋਂ ਬਿਨਾਂ ਨਹੀਂ ਹੋ ਸਕਣਾ। ਸਤਿਗੁਰੂ ਜੀ ਕਹਿੰਦੇ ਗੁਰਮੁਖ ਅੰਤਰ ਰਵ ਰਹਿਆ ਬਖਸ਼ੇ ਭਗਤ ਭੰਡਾਰ। ਉਹ ਗੁਰਮੁਖ ਜਨਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਵਸਦਾ ਹੈ, ਪਰ ਜਿਨ੍ਹਾਂ ਨੇ ਉਸ ਪਰਮਾਤਮਾ ਦੀ ਭਗਤੀ ਦੇ ਭੰਡਾਰੇ ਨੂੰ ਪ੍ਰਾਪਤ ਕਰ ਲਿਆ, ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਪ੍ਰਭੂ ਪ੍ਰੀਤ ਦੇ ਜਿਹੜੇ ਭਾਗੀ ਬਣ ਗਏ, ਉਹਨਾਂ ਨੂੰ ਗੁਰੂ ਬਖਸ਼ਿਸ਼ ਕਰਕੇ
ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰਭੂ ਦੀ ਪ੍ਰੇਮਾ ਭਗਤੀ ਜਾਗ ਪਈ, ਉਹਨਾਂ ਨੂੰ ਫਿਰ ਦੁਨੀਆ ਦੇ ਲਾਲਚ ਨਹੀਂ ਰਹਿੰਦੇ, ਨਾ ਉਹਨਾਂ ਨੂੰ ਉੱਚੀਆਂ ਪਦਵੀਆਂ ਦਾ ਲਾਲਚ, ਨਾ ਉਹਨਾਂ ਨੂੰ ਦੁਨੀਆ ਦੇ ਮਾਨ ਹੰਕਾਰ ਰਹਿੰਦਾ ਹੈ। ਉਹਨਾਂ ਨੂੰ ਦੁਨੀਆ ਦੇ ਪਦਾਰਥਾਂ ਦਾ ਮੋਹ ਅੰਦਰੋਂ ਖਤਮ ਹੋ ਜਾਂਦਾ ਹੈ। ਸਤਿਗੁਰੂ ਜੀ ਨੇ ਬਚਨ ਕੀਤੇ, ਓਹਾ ਪ੍ਰੇਮ ਪਿਰੀ। ਅਸਲ ਦੇ ਵਿੱਚ ਪ੍ਰੇਮ ਕੀ ਹੈ, ਪ੍ਰੇਮਾ ਭਗਤੀ ਕੀ ਹੈ? ਸਤਿਗੁਰੂ ਜੀ ਕਹਿੰਦੇ ਜਿੱਥੇ ਅਵਸਥਾ ਇਹ ਬਣ ਜਾਵੇ, ਕਣਕ ਮਾਨਕ ਗੱਜ ਮੋਤੀਅਨ ਲਾਲਣ ਨਹਾ ਨਹਿ ਨਹੀਂ। ਸਤਿਗੁਰੂ ਜੀ ਕਹਿੰਦੇ ਪ੍ਰੇਮਾ ਭਗਤੀ ਉਹ ਹੈ ਜਿੱਥੇ ਮਨੁੱਖ ਦੇ ਹਿਰਦੇ ਦੇ ਵਿੱਚੋਂ ਲਾਲਚ ਖਤਮ ਹੋ ਜਾਵੇ। ਕਾਹਦਾ? ਸੋਨੇ ਦਾ, ਮਾਨਕਾਂ ਦਾ। ਗੱਜ ਕਹਿੰਦੇ ਨੇ ਹਾਥੀ ਨੂੰ। ਵੱਡੇ ਪੁਰਾਣੇ ਸਮੇਂ ਦੇ ਵਿੱਚ ਰਾਜੇ ਮਹਾਰਾਜੇ ਵੱਡੀਆਂ ਸ਼ਾਹੀ ਸਵਾਰੀਆਂ ਦੇ ਉੱਪਰ ਸਵਾਰ ਹੋ ਕੇ ਆਪਣਾ ਮਾਣ ਸਮਝਦੇ ਸਨ। ਅੱਜ ਦੇ ਸਮੇਂ ਦੇ ਵਿੱਚ ਆਪਾਂ ਵੱਡੇ ਵਹੀਕਲਾਂ ਦੀ ਗੱਲ ਕਰ ਲੈਂਦੇ ਹਾਂ। ਗੁਰੂ ਸਾਹਿਬ ਕਹਿੰਦੇ ਜਿਹਦੇ ਹਿਰਦੇ ਦੇ ਵਿੱਚ ਪ੍ਰਭੂ ਪਰਮਾਤਮਾ ਦੀ ਪ੍ਰੇਮਾ ਭਗਤੀ ਪੈਦਾ ਹੋ ਗਈ, ਉਹਨੂੰ ਦੁਨੀਆ ਦੇ ਪਦਾਰਥਾਂ ਦੇ ਨਾਲ ਮੋਹ ਨਹੀਂ ਰਹਿੰਦਾ, ਹਿਰਦੇ ਦੇ ਵਿੱਚੋਂ ਲਾਲਚ ਖਤਮ ਹੋ ਜਾਂਦਾ ਹੈ। ਇੱਥੋਂ ਤੱਕ ਹੀ ਨਹੀਂ, ਗੁਰੂ ਸਾਹਿਬ ਕਹਿੰਦੇ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ, ਕਿਛ ਨਾ ਚਾਹੀ। ਉਹਨੂੰ ਕੁਛ ਵੀ ਨਹੀਂ ਚਾਹੀਦਾ, ਉਹਨੂੰ ਚਾਹੀਦਾ ਹੈ ਤੇ ਸਿਰਫ ਇਹ ਚਰਨਨ ਸ਼ਰਨਨ ਸੰਤਨ ਬੰਦਨ ਸੁਖੋ ਸੁਖ ਪਾਹੀ। ਉਹਨਾਂ ਦੇ ਹਿਰਦੇ ਦੇ ਅੰਦਰ ਤਾਂ ਇਹੀ ਤਾਂਘ ਰਹਿੰਦੀ ਹੈ ਕਿ ਉਹਨਾਂ ਨੂੰ ਗੁਰਮੁਖ ਜਨਾਂ ਦੀ ਸਤਿਗੁਰੂ ਦੇ ਚਰਨਾਂ ਦੇ ਵਿੱਚ ਜੁੜੇ ਹੋਏ ਜਿਹੜੇ ਖਜ਼ਾਨੇ, ਉਹਨਾਂ ਦੀ ਚਰਨ ਸ਼ਰਨ ਪ੍ਰਾਪਤ ਹੋ ਜਾਵੇ। ਤੇ ਪਾਤਸ਼ਾਹ ਜੀ ਕਹਿੰਦੇ ਫਿਰ ਉਹਨਾਂ ਦਾ ਜੀਵਨ ਕੈਸਾ ਬਣ ਜਾਂਦਾ ਹੈ? ਨਾਨਕ ਤਪਤ ਹਰੀ। ਉਹਨਾਂ ਦਾ ਤਪਦਾ ਹੋਇਆ ਹਿਰਦਾ ਸ਼ਾਂਤ ਹੋ ਜਾਂਦਾ ਹੈ। ਕਦੋਂ ਮਿਲੇ? ਪ੍ਰੇਮ ਪਿਰੀ। ਜਦੋਂ ਉਹ ਪ੍ਰਭੂ ਪਰਮਾਤਮਾ ਪ੍ਰੇਮ ਦਾ ਸਾਗਰ, ਪ੍ਰੇਮ ਦਾ ਖਜ਼ਾਨਾ ਮਿਲ ਪੈਂਦਾ ਹੈ, ਉਦੋਂ ਗੁਰਮੁਖ ਜਨਾਂ ਦੇ ਹਿਰਦੇ ਦੇ ਅੰਦਰ ਸ਼ਾਂਤ ਅਤੇ ਸੁਭਾਅ ਜਿਹੜਾ ਹੈ ਉਹ ਸੱਚਮੁੱਚ ਹੀ ਪ੍ਰਭੂ ਪਰਮਾਤਮਾ ਦੇ ਨਾਮ ਦੇ ਸਦਕਾ ਸੀਤਲ ਹੋ ਜਾਂਦਾ ਹੈ। ਅਸਲ ਦੇ ਵਿੱਚ ਗੁਰੂ ਸਾਹਿਬ ਜੀ ਨੇ ਜਿੱਥੇ ਇਹ ਗੁਰਬਾਣੀ ਦੇ ਪ੍ਰਮਾਣ ਦੇ ਕੇ ਸਾਨੂੰ ਸਮਝਾਇਆ ਹੈ, ਉੱਥੇ ਗੁਰੂ ਸਾਹਿਬ ਜੀ ਦੇ ਜੀਵਨ ਦੇ ਵਿੱਚ ਜਿਹੜੇ ਗੁਰਮੁਖ ਪਿਆਰੇ ਗੁਰੂ ਕੇ ਸਿੱਖ ਹੋਏ ਨੇ, ਜਿਨ੍ਹਾਂ ਨੂੰ ਅਸੀਂ ਆਪਣੇ ਇਤਿਹਾਸ ਦੇ ਵਿੱਚ ਯਾਦ ਕਰਦੇ ਹਾਂ। ਹਰ ਇੱਕ ਇਤਿਹਾਸ ਦਾ ਪੰਨਾ ਸਾਡਾ ਸ਼ਹੀਦਾਂ ਦੇ ਖੂਨ ਦੇ ਨਾਲ ਲਿਬੜਿਆ ਹੋਇਆ ਹੈ। ਜਦੋਂ ਅਸੀਂ ਉਹਨਾਂ ਦੀ ਵੀ ਗੱਲ ਕਰਦੇ ਹਾਂ ਤੇ ਉਹ ਪ੍ਰੇਮ ਹੀ ਸੀ, ਉਹ ਪ੍ਰੇਮਾ ਭਗਤੀ ਸੀ ਜਿਹੜੀ ਇੱਕ ਲੱਕੜੀ ਦੇ ਵਿੱਚ ਜੜ ਕੇ ਮਨੁੱਖ ਨੂੰ ਆਰੇ ਦੇ ਨਾਲ ਦੋ ਫਾੜ ਕਰ ਦਿੱਤਾ ਜਾਂਦਾ ਹੈ। ਉਹ ਪ੍ਰੇਮਾ ਭਗਤੀ ਸੀ ਜਦੋਂ ਉਬਲਦੀਆਂ ਹੋਈਆਂ ਦੇਗਾਂ ਦੇ ਵਿੱਚ ਬਿਠਾਲ ਕੇ ਉਬਾਲਿਆ ਜਾਂਦਾ ਹੈ। ਉਹ ਪ੍ਰੇਮਾ ਭਗਤੀ ਸੀ ਜਦੋਂ ਰੂਹ ਦੇ ਵਿੱਚ ਲਪੇਟ ਕੇ ਸ਼ਹੀਦ ਕੀਤਾ ਜਾਂਦਾ ਹੈ, ਬੰਦ ਕੱਟੇ ਜਾਂਦੇ ਨੇ, ਖੋਪੜੀਆਂ ਉਤਾਰ ਦਿੱਤੀਆਂ ਜਾਂਦੀਆਂ ਨੇ। ਇਹ ਇਕੱਲਾ ਗੁਰੂ ਸਾਹਿਬ ਜੀ ਨੇ ਸਾਨੂੰ ਸਿਧਾਂਤ ਕੇਵਲ ਗੁਰਬਾਣੀ ਦੇ ਵਿੱਚ ਹੀ ਨਹੀਂ, ਸਗੋਂ ਪ੍ਰੈਕਟੀਕਲ ਗੁਰੂ ਕੇ ਪਿਆਰਿਆਂ ਨੇ ਵੀ ਇਹ ਕਰਕੇ ਦਿਖਾਇਆ ਕਿ ਜਿਨ੍ਹਾਂ ਦੇ ਅੰਦਰ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੇਮ ਪੈਦਾ ਹੋ ਜਾਂਦਾ ਹੈ, ਉਹਨੂੰ ਕੋਈ ਵੀ ਦੁਨੀਆ ਦੀ ਤਾਕਤ ਉਸ ਪ੍ਰੇਮ ਨੂੰ ਖਤਮ ਨਹੀਂ ਕਰ ਸਕਦੀ। ਸੋ ਬੜੀਆਂ ਐਗਜ਼ਾਮਪਲਾਂ ਐਸੀਆਂ ਨੇ ਜਿਨ੍ਹਾਂ ਤੋਂ ਸਾਨੂੰ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਨਾਲ ਪ੍ਰੇਮ ਕਿਵੇਂ ਪਾਉਣਾ ਹੈ ਤੇ ਉਸ ਪ੍ਰੇਮ ਦੇ ਨਾਲ ਸਾਡੀ ਕਿਵੇਂ ਉਸ ਮਾਲਕ ਪ੍ਰਭੂ ਪਰਮਾਤਮਾ ਦੀ ਬਖਸ਼ਿਸ਼ ਦੇ ਦੁਆਰਾ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭਦੀ ਹੈ। ਸਾਡਾ ਇਤਿਹਾਸ ਤੇ ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ। ਗੁਰੂ ਸਾਹਿਬ ਜੀ ਨੇ ਜਿੱਥੇ ਸਾਨੂੰ ਇਹ ਸਿਧਾਂਤ ਦ੍ਰਿੜ ਕਰਵਾਇਆ, ਉੱਥੇ ਇਹ ਨਹੀਂ ਕਿ ਅੱਜ ਦੇ ਸਮੇਂ ਦੇ ਵਿੱਚ ਉਹ ਸਾਡੇ ਵਿੱਚੋਂ ਗੁਰਮੁਖ ਪਿਆਰੇ ਖਤਮ ਹੋ ਗਏ ਨੇ। ਜਿਵੇਂ ਆਪਾਂ ਸਤਿਕਾਰਯੋਗ ਅੰਕਲ ਜੀ ਜਸਵਿੰਦਰ ਸਿੰਘ ਜੀ ਖਾਲਸਾ, ਉਹਨਾਂ ਦੀ ਗੱਲ ਕਰਦੇ ਹਾਂ। ਉਹਨਾਂ ਨੇ ਆਪਣਾ ਬਿਜ਼ਨਸ, ਆਪਣਾ ਰਾਜ ਭਾਗ ਤੇ ਉਹ ਐਸ਼ੋ ਆਰਾਮ ਦੀ ਸਾਰੀ ਜ਼ਿੰਦਗੀ ਨੂੰ ਇੱਕ ਪਾਸੇ ਰੱਖ ਕੇ ਤੇ ਜਿਹੜੇ ਲੋੜਵੰਦ ਗੁਰਮੁਖ ਪਿਆਰੇ ਸਨ ਉਹਨਾਂ ਦੀ ਮਦਦ ਕਰਨ ਵਾਸਤੇ ਅੱਗੇ ਆਏ, ਆਪਣਾ ਸਭ ਕੁਝ ਤਿਆਗ ਦਿੱਤਾ। ਆਪ ਹੀ ਉਹ ਦੱਸਦੇ ਹੁੰਦੇ ਨੇ ਕਿ ਇਹ ਸਾਰੀ ਦੀ ਸਾਰੀ ਤਾਕਤ ਕਿਹਦੀ ਹੈ? ਗੁਰਬਾਣੀ ਦੀ। ਗੁਰਬਾਣੀ ਦੇ ਨਾਲ ਹੀ ਮਨੁੱਖ ਨੂੰ ਇਹ ਸਮਝ ਪੈਂਦੀ ਹੈ ਕਿ ਇਹ ਦੁਨੀਆ ਦੇ ਪਦਾਰਥ ਤੇ ਸਾਰੇ ਦੇ ਸਾਰੇ ਇੱਥੇ ਹੀ ਰਹਿ ਜਾਣੇ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਪਾਂ ਸ਼ਲੋਕ ਹਰ ਰੋਜ਼ ਯਾਦ ਕਰ ਰਹੇ ਹਾਂ। ਉਹਦੇ ਵਿੱਚ ਪਾਤਸ਼ਾਹ ਜੀ ਨੇ ਬਚਨ ਕੀਤਾ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕਹਿ ਤਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਜਿਹੜਾ ਪ੍ਰਭੂ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਜਿਸ ਦੀ ਸੁਰਤ ਜੁੜ ਗਈ, ਉਹਨੂੰ ਤਾਂ ਇਹ ਦੁਨੀਆ ਦੇ ਜਿਹੜੇ ਪਦਾਰਥਾਂ ਦੇ ਵਿੱਚ ਆਮ ਮਨੁੱਖ ਫਸਿਆ ਹੋਇਆ ਹੈ, ਉਹਨੂੰ ਇਹ ਜਿਹੜੇ ਪਦਾਰਥ ਨੇ ਇਹ ਜੰਜਾਲ ਲੱਗਦੇ। ਸੋ ਲੋੜ ਹੈ ਗੁਰੂ ਸਾਹਿਬ ਜੀ ਦੇ ਸਿਧਾਂਤ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਨ ਦੀ। ਪ੍ਰਭੂ ਪਰਮਾਤਮਾ ਦੇ ਨਾਲ ਸਾਡਾ
ਪ੍ਰੇਮ ਤਾਂ ਹੀ ਬਣੇਗਾ, ਭਗਤੀ ਅਸੀਂ ਤਾਂ ਹੀ ਕਰ ਸਕਾਂਗੇ ਜੇ ਸਾਡੇ ਅੰਦਰ ਗੁਰੂ ਦਾ ਸ਼ਬਦ, ਅਸੀਂ ਗੁਰੂ ਦੇ ਸ਼ਬਦ ਨੂੰ ਥਾਂ ਦੇਵਾਂਗੇ, ਗੁਰੂ ਦੇ ਸਿਧਾਂਤ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਾਂਗੇ। ਫਿਰ ਜਦੋਂ ਅਸੀਂ ਕੋਸ਼ਿਸ਼ ਕਰਾਂਗੇ, ਭਾਈ ਗੁਰਦਾਸ ਜੀ ਕਹਿੰਦੇ ਹਨ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਕਰਦਿਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਵੀਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਸਾਨੂੰ ਆਪਣੇ ਮਨ ਦੇ ਅੰਦਰ ਪਰਮਾਤਮਾ ਦੇ ਨਾਲ ਪਿਆਰ ਪੈਦਾ ਕਰਨਾ ਚਾਹੀਦਾ ਹੈ ਅਤੇ ਗੁਰੂ ਸ਼ਬਦ ਦੇ ਰਾਹੀਂ ਅਤੇ ਗੁਰੂ ਦੇ ਸਿਧਾਂਤਾਂ ਦੇ ਉੱਪਰ ਚੱਲ ਕੇ ਅਸੀਂ ਇਹ ਪ੍ਰੀਤ ਪੈਦਾ ਕਰ ਸਕਦੇ ਹਾਂ। ਵੀਰ ਜੀ, ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਹੁਣ ਸਾਡਾ ਤੀਸਰਾ ਟੌਪਿਕ ਹੈ ਜੀ, ਜੋ ਕਿ ਮੈਮ ਸੁਰਿੰਦਰ ਕੌਰ ਜੀ ਲੈ ਰਹੇ ਹਨ। ਉਹਨਾਂ ਦਾ ਟੌਪਿਕ ਹੈ ਜੀ ਲੰਗਰ ਵਿੱਚ ਰਸਦ ਦੇਣ ਬਾਰੇ। ਮੈਂ ਮੈਮ ਨੂੰ ਰਿਕੁਐਸਟ ਕਰਦੀ ਹਾਂ ਕਿ ਉਹ ਆਪਣਾ ਅੱਜ ਦਾ ਸੈਸ਼ਨ ਸਟਾਰਟ ਕਰਨ ਜੀ। ਮੈਮ ਸੁਰਿੰਦਰ ਕੌਰ ਜੀ। ਵੀਰ ਜੀ, ਮੈਮ ਨੂੰ ਸਪੌਟ ਕਰ ਦਿਓ। ਮੈਮ ਜੀ ਅਜੇ ਸਾਡੇ ਨਾਲ ਜੁੜੇ ਨਹੀਂ ਹਨ, ਸੋ ਉਨੀ ਦੇਰ ਲਈ ਅਸੀਂ ਜੋ ਹੈਂਡ ਰੇਜ਼ ਹਨ ਉਹ ਲਵਾਂਗੇ ਜੀ। ਮੋਗਾ ਤੋਂ EPP ਨੰਬਰ 1170 ਆਪਣੀ ਵੀਡੀਓ ਔਨ ਕਰ ਲੈਣ ਜੀ। 1170 ਮੋਗਾ ਤੋਂ। ਵਾਹਿਗੁਰੂ ਜੀ, ਆਵਾਜ਼ ਆ ਰਹੀ ਹੈ ਜੀ? ਹਾਂਜੀ, ਆਵਾਜ਼ ਆ ਰਹੀ ਹੈ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਮੈਂ ਕਹਿਣਾ ਚਾਹੂੰਗੀ ਕਿ ਭਗਤੀ ਉਹ ਹੁੰਦੀ ਹੈ ਜੋ ਪ੍ਰਭੂ ਦਾ ਨਾਮ ਜਪ ਕੇ ਸੇਵਾ ਸਿਮਰਨ ਕਰਕੇ ਹੁੰਦੀ ਹੈ। ਭਗਤੀ ਉਹ ਨਹੀਂ ਹੁੰਦੀ ਕਿ ਜੋ ਜੰਗਲਾਂ 'ਚ ਜਾ ਕੇ ਜਾਂ ਉੱਥੇ ਬਹਿ ਕੇ ਕਰਨੀ ਹੋਵੇ ਜਾਂ ਮੌਨ ਵਰਤਾ ਕੇ ਕਰਨੀ ਹੋਵੇ। ਭਗਤੀ ਜੇਕਰ ਕਰਨੀ ਹੈ ਤਾਂ ਗੁਰੂ ਦੇ ਲੜ ਲੱਗ ਕੇ ਸਹਿਜ ਪਾਠ ਕਰਕੇ ਹਰ ਰੋਜ਼ ਨਿਤਨੇਮ ਕਰਕੇ ਹੋ ਸਕਦੀ ਹੈ, ਕਿਉਂਕਿ ਭਗਤੀ ਨਾਲ ਹੀ ਸਾਡਾ ਜ਼ਿੰਦਗੀ ਜਿਹੜੀ ਸਫਲ ਹੁੰਦੀ ਹੈ। ਜਿਸ ਤਰ੍ਹਾਂ ਵੀਰ ਜੀ ਨੇ ਕਿਹਾ ਕਿ ਅਹੰਕਾਰ ਜੇ ਮੁੱਕ ਜਾਵੇ ਤਾਂ ਸਾਡੇ ਅੰਦਰ ਕੁਛ ਲਾਲਚ ਦੀ ਭਾਵਨਾ ਨਹੀਂ ਰਹੇਗੀ। ਜੇਕਰ ਅਹੰਕਾਰ ਹੀ ਖਤਮ ਹੋ ਜਾਵੇਗਾ ਕਿ ਸਾਡੇ ਭਾਵਨਾ ਹੀ ਰਹੇਗੀ ਕਿ ਅਸੀਂ ਕਿਸੇ ਪਰ ਬੁਰਾ ਸੋਚੀਏ ਜਾਂ ਕਿਸੇ ਬਾਰੇ ਵੀ ਕੁਛ ਕਰਨ ਦੀ ਸੋਚੀਏ। ਮੈਨੇ ਕਹਿਣਾ ਚਾਹਾਂਗੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮੈਮ ਸੁਰਿੰਦਰ ਕੌਰ ਜੀ ਨੂੰ ਰਿਕੁਐਸਟ ਕਰਦੀ ਹਾਂ ਕਿ ਉਹ ਆਪਣਾ ਅੱਜ ਦਾ ਟੌਪਿਕ ਸਟਾਰਟ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਮ ਆਵਾਜ਼ ਆ ਰਹੀ ਹੈ ਜੀ? ਹਾਂਜੀ ਮੈਮ, ਆਵਾਜ਼ ਆ ਰਹੀ ਹੈ। ਵੀਰ ਜੀ ਸਪੋਰਟ ਕਰ ਦਿਓ ਮੈਮ ਨੂੰ। ਹਾਂਜੀ, ਅੱਜ ਦਾ ਸਵਾਲ ਹੈਗਾ, ਸਾਨੂੰ ਗੁਰੂ ਸਾਹਿਬ ਨੇ ਪਹਿਲਾਂ ਪੰਗਤ ਪਾਛੈ ਸੰਗਤ ਕਰਨ ਦਾ ਹੁਕਮ ਦਿੱਤਾ, ਤੇ ਜੇ ਅਸੀਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਹਾਂ ਤਾਂ ਸਾਨੂੰ ਉੱਥੇ ਰਸਦ ਵਗੈਰਾ ਦੇਣੀ ਚਾਹੀਦੀ ਆ ਜਾਂ ਨਹੀਂ ਦੇਣੀ ਚਾਹੀਦੀ। ਤਾਂ ਪਹਿਲਾਂ ਤਾਂ ਇਹ ਆਪਾਂ ਸਮਝਾਂਗੇ ਕਿ ਉਹ ਉਸ ਸਮੇਂ ਜੋ ਲੰਗਰ ਪ੍ਰਥਾ ਸ਼ੁਰੂ ਹੋਈ ਹੈ, ਜਦੋਂ ਉਸ ਸਮੇਂ ਤਾਂ ਇੱਕ ਬਿਮਾਰੀ ਨੂੰ ਦੂਰ ਕਰਨ ਦੀ ਯੁਕਤ ਸੀ ਗੁਰੂ ਪਾਤਸ਼ਾਹ ਜੀ ਦੀ, ਕਿਉਂਕਿ ਵਹਿਮ ਭਰਮ ਸੁੱਚ ਭਿੱਟ ਊਚ ਨੀਚ ਦੀ ਸਮਾਜ ਨੂੰ ਬਹੁਤ ਭੈੜੀ ਬਿਮਾਰੀ ਚੁੰਬੜੀ ਹੋਈ ਸੀ, ਜਿਸ ਨੂੰ ਦੂਰ ਕਰਨ ਦੇ ਲਈ ਇੱਕ ਪਾਤਸ਼ਾਹ ਨੇ ਯੁਕਤ ਵਰਤਿਆ। ਜਿਵੇਂ ਆਪਾਂ ਆਮ ਮੋਟਰ ਗੱਡੀਆਂ ਨੂੰ ਦੇਖਦੇ ਹਾਂ ਕਿ ਉਹਨਾਂ ਨੂੰ ਜੇ 100 ਦੀ ਸਪੀਡ ਤੇ ਜਾਂਦੀਆਂ ਤਾਂ ਉਹਨਾਂ ਨੂੰ ਕੋਈ ਕਿੰਨਾ ਮਰਜ਼ੀ ਪਹਿਲਵਾਨ ਹੋਵੇ, ਜੇ ਕੋਈ ਜ਼ੋਰ ਲਾ ਕੇ ਜੱਫਾ ਪਾ ਕੇ ਰੋਕਣਾ ਚਾਹੇ ਤੇ ਰੋਕ ਨਹੀਂ ਸਕਦਾ। ਪਰ ਇੱਕ ਛੋਟੀ ਜਿਹੀ ਯੁਕਤ ਹੁੰਦੀ ਆ ਕਿ ਬ੍ਰੇਕ ਲਾਇਆ 100 ਦੀ ਸਪੀਡ ਤੇ ਗੱਡੀ ਜਾਂਦੀ ਰੁਕ ਜਾਂਦੀ ਹੈ, ਯੁਕਤਾ ਕੰਮ ਆਉਂਦੀ ਹੈ ਨਾ। ਤੇ ਇਸੇ ਤਰ੍ਹਾਂ ਆਪਣੇ ਘਰਾਂ ਦੇ ਵਿੱਚ ਵੀ ਸਮਾਨ ਉਹੀ ਹੁੰਦਾ ਹੈ, ਜਿਵੇਂ ਏਦਾਂ ਹੀ ਕਹਿ ਲਓ ਵੀ ਆਪਾਂ ਪ੍ਰਸ਼ਾਦ ਬਣਾਉਣਾ ਤੇ ਖੰਡ, ਘਿਓ, ਪਾਣੀ, ਆਟਾ ਚੀਜ਼ਾਂ ਉਹੀ ਹੁੰਦੀਆਂ, ਪਰ ਜੇ ਸਾਡੇ ਕੋਲ ਯੁਕਤ ਹੈ ਤਾਂ ਅਸੀਂ ਵਧੀਆ ਤਰੀਕੇ ਨਾਲ ਵਧੀਆ ਬਣਾ ਲਵਾਂਗੇ, ਪਰ ਜੇ ਸਾਡੇ ਕੋਲ ਯੁਕਤ ਨਹੀਂ ਹੈਗੀ ਉਸਨੂੰ ਬਣਾਉਣ ਦੀ ਤੇ ਅਸੀਂ ਉਹੀ ਖਰਾਬ ਕਰਕੇ ਰੱਖ ਦੇਵਾਂਗੇ ਸਮਾਨ। ਇਸੇ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਇੱਕ ਯੁਕਤ ਵਰਤੀ ਹੈ ਕਿ
ਜਿਹੜੀ ਸੁੱਚ ਪਿੱਟ ਦੀ ਬਿਮਾਰੀ ਹੈ ਸਮਾਜ ਦੇ ਵਿੱਚੋਂ, ਇਹ ਲਾਹਨਤ ਹੈ, ਤੇ ਇਸ ਨੂੰ ਦੂਰ ਕਿਸ ਤਰ੍ਹਾਂ ਕੀਤਾ ਜਾਵੇ। ਉਹ ਲੰਗਰ ਪ੍ਰਥਾ ਸ਼ੁਰੂ ਕੀਤੀ ਕਿ ਸਾਰੇ ਇੱਕੋ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣ, ਕੋਈ ਊਚ ਨੀਚ ਦਾ ਭੇਦਭਾਵ ਨਾ ਰਵੇ ਕਿ ਕੋਈ ਕਵੇ ਮੈਂ ਅਮੀਰ ਹਾਂ, ਮੈਂ ਬਹੁਤ ਜ਼ਿਆਦਾ ਉੱਚੇ ਅਹੁਦੇ ਤੇ ਲੱਗਿਆ ਹੋਇਆ, ਜਾਂ ਮੈਂ ਇਸ ਗਰੀਬ ਦੇ ਨਾਲ ਨਹੀਂ ਬੈਠ ਸਕਦਾ। ਇਸ ਤਰ੍ਹਾਂ ਦਾ ਮਨ ਦੇ ਵਿੱਚ ਕੋਈ ਵਹਿਮ ਨਾ ਰਹਿ ਜਾਵੇ। ਉਹ ਬਿਮਾਰੀ ਕੱਟਣ ਦੇ ਲਈ ਸਤਿਗੁਰਾਂ ਨੇ ਜੁਗਤ ਵਰਤੀ। ਤੇ ਦੂਸਰਾ, ਸਾਨੂੰ ਜੇ ਅਸੀਂ ਕਹੀਏ ਵੀ ਉੱਥੇ ਰਸਤ ਦੇਣੀ ਆ ਜਾਂ ਨਹੀਂ ਦੇਣੀ, ਤਾਂ ਇਹ ਇੱਕ ਭੁੱਖੇ ਨੂੰ, ਲੋੜਵੰਦ ਨੂੰ ਪ੍ਰਸ਼ਾਦਾ। ਅੱਜ ਤਾਂ ਲੰਗਰਾਂ ਦੇ ਵਿੱਚ ਜਿਵੇਂ ਅੰਕਲ ਜੀ ਆਪਾਂ ਨੂੰ ਤਕਰੀਬਨ ਇਹ ਦੱਸਦੇ ਹੀ ਰਹਿੰਦੇ ਆ ਕਿ ਮੇਰੇ ਵਰਗਿਆਂ ਨੂੰ ਕਹਿੰਦੇ ਫੜ ਫੜ ਕੇ ਮੱਲੋ ਮੱਲੀ ਜ਼ਬਰਦਸਤੀ ਕਹਿੰਦੇ ਆ ਵੀ ਛੱਕ ਕੇ ਜਾਓ, ਛੱਕ ਕੇ ਜਾਓ। ਆ 5 ਮੀਟਰ ਦੇ 5 ਕਿਲੋਮੀਟਰ ਤੇ ਲੱਗਿਆ ਹੁੰਦਾ ਪ੍ਰਸ਼ਾਦੇ ਦਾ ਲੰਗਰ, ਪਾਣੀ ਦਾ ਲੰਗਰ। ਪਰ ਏਦਾਂ ਨਹੀਂ, ਉਹ ਲੋੜਵੰਦ ਤੇ ਭੁੱਖੇ ਲਈ ਪ੍ਰਸ਼ਾਦਾ। ਤੇ ਬਾਕੀ ਉੱਥੋਂ ਦਾ ਪ੍ਰਬੰਧ ਆਪਾਂ ਦੇਖਣਾ ਪਵੇਗਾ ਕਿਵੇਂ, ਕਿ ਜਿਵੇਂ ਹੁਣ ਇਹਨਾਂ ਨੇ ਕਿਹਾ ਵੀ ਉੱਥੇ ਰਸਤ ਦੇਣੀ ਜ਼ਰੂਰੀ ਹੈ, ਜਾਂ ਆਪਣਾ ਕਿਤੇ ਇਹ ਤਾਂ ਨਹੀਂ ਵੀ ਆਪਣਾ ਸੇਵਾ ਕੀਤੀ ਤੇ ਆਪਾਂ ਉਹਨਾਂ ਛਕ ਲਿਆ। ਜਿਵੇਂ ਭਾਈ ਮੰਝ ਜੀ ਵਾਲੀ ਗੱਲ ਕੀਤੀ ਉਹਨਾਂ ਨੇ, ਇਹ ਭਾਈ ਮੰਝ ਵਾਲੀ ਗੱਲ ਤੇ ਗੁਰੂ ਸਾਹਿਬ ਦੀ ਇੱਕ ਉਹਨਾਂ ਨੂੰ ਦੇਣ ਹੈ, ਇੱਕ ਬਖਸ਼ਿਸ਼ ਹੈ। ਜੇ ਆਪਣੀ ਵੀ ਆਮ ਬੇਨਤੀ ਹੁੰਦੀ ਤੇ ਮੈਂ ਸੋਚਦੀ ਜੀ ਮੈਂ ਉੱਥੇ ਉਸ ਜਗ੍ਹਾ ਮੈਂ ਹੁੰਦੀ ਤੇ ਮੈਂ ਵੀ ਸੋਚਣਾ ਸੀ ਵੀ ਲੰਗਰ ਛਕਦੇ ਆ ਤੇ ਮੈਨੂੰ ਕਿਉਂ ਸਾਹਿਬ ਨੇ ਕਿਹਾ। ਪਰ ਉਹ ਧੰਨ ਭਾਈ ਮੰਝ ਜੀ, ਜਿਨ੍ਹਾਂ ਦੀ ਇਹ ਵਿਚਾਰ ਬਣੀ, ਇਹ ਉੱਚੀ ਸੋਚ ਬਣੀ ਕਿ ਉਹ ਖੁਸ਼ ਹੋਏ ਕਿ ਗੁਰੂ ਪਾਤਸ਼ਾਹ ਜੀ ਦੀ ਮੇਰੇ ਤੇ ਖੁਸ਼ੀ ਹੈ, ਮੇਰੇ ਤੇ ਨਜ਼ਰ ਹੈ, ਮੇਰੇ ਤੇ ਮਿਹਰ ਹੈ, ਕਿ ਮੈਨੂੰ ਪੁੱਛਣਾ ਕੀਤਾ ਵੀ ਤੁਸੀਂ ਪ੍ਰਸ਼ਾਦਾ ਕਿੱਥੋਂ ਛਕਦੇ ਹੋ। ਇਹ ਨਹੀਂ ਹੁੰਦਾ ਹੈਗਾ ਕਿ ਸਾਨੂੰ ਪ੍ਰਸ਼ਾਦਾ ਜਿਹੜਾ ਵੀ ਉੱਥੇ ਆਪਣਾ ਹਿਸਾਬ ਕਿਤਾਬ ਬਰਾਬਰ ਕਰਨ ਦੇ ਲਈ ਨਹੀਂ, ਹਿਸਾਬ ਕਿਤਾਬ ਬਰਾਬਰ ਦਾ ਅਸੀਂ ਕਰ ਹੀ ਨਹੀਂ ਸਕਦੇ ਗੁਰੂ ਪਾਤਸ਼ਾਹ ਜੀ ਨਾਲ, ਕਿਉਂਕਿ ਲੇਖਕ ਹਾਰ ਤੇ ਬਾਕੀ ਜੇ ਸਾਨੂੰ ਸਰੀਰ ਵਕਤ ਕੋਈ ਕਵੇ ਮਾਂ ਅੱਖਾਂ ਨਹੀਂ ਹੈ ਨਾ, ਤੇ ਅੱਖਾਂ ਦੇ ਅਸੀਂ ਕੀ ਹਿਸਾਬ ਕਰਾਂਗੇ, ਕੀ ਗੁਰੂ ਪਾਤਸ਼ਾਹ ਜੀ ਨੂੰ ਦੇਵਾਂਗੇ, ਦੇ ਸਕਦੇ ਹਾਂ ਕੁਛ ਨਹੀਂ। ਇਹ ਤੇ ਸਿਰਫ ਲੋੜਵੰਦਾਂ ਲਈ ਲੰਗਰ ਤੇ ਇੱਕ ਬਿਮਾਰੀ ਜਿਹੜੀ ਲਾਹਨਤ ਪਈ ਹੋਈ ਸੀ ਊਚ ਨੀਚ ਸੁੱਚ ਪਿੱਟ ਦੀ, ਉਸ ਨੂੰ ਦੂਰ ਕਰਨ ਵਾਸਤੇ ਗੁਰੂ ਸਾਹਿਬ ਨੇ ਇਹ ਚਲਾਈ। ਤੇ ਹੁਣ ਦੂਸਰੇ ਨੰਬਰ ਤੇ ਗੁਰੂ ਦੀਆਂ ਕਰਨੀਆਂ ਜਿਹੜੀਆਂ, ਉਹ ਇਤਿਹਾਸ ਦੇ ਵਿੱਚ ਅਨੇਕਾਂ ਤਰੀਕਾਂ ਦੇ ਨਾਲ ਗੁਰੂ ਵਰਤੇ ਆ। ਕਿਸੇ ਨੂੰ ਕਿਸੇ ਰਾਹੀਂ ਕਿਸ ਤਰੀਕੇ ਨਾਲ ਉਹਨਾਂ ਨੂੰ ਸਿੱਧੇ ਰਸਤੇ ਪਾਉਣਾ ਸੀ, ਕਿਸੇ ਨੂੰ ਕਿਸ ਤਰੀਕੇ ਦੇ ਨਾਲ। ਤੇ ਇਹ ਇੱਕ ਭਾਈ ਮੰਝ ਦਾ ਇੱਕ ਪੇਪਰ ਸੀ, ਉਸ ਦੀ ਕਸਵੱਟੀ ਲਾਈ ਗਈ ਸੀ। मैम लगता है नेटवर्क प्रॉब्लम हो गई है, ਉਹਨਾਂ ਦੀ ਆਵਾਜ਼ नहीं आ रही। कुछ टेक्निकल प्रॉब्लम हो गई है, तो मैं मैम ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡੇ ਨਾਲ ਇੰਨੀ ਵਧੀਆ ਜਾਣਕਾਰੀ ਸ਼ੇਅਰ ਕੀਤੀ ਜੀ। ਤੇ ਇਸ ਦੇ ਨਾਲ ਮੈਂ ਸਾਰੇ ਹੀ ਵਿਦਵਾਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਕਿ ਜਿਨ੍ਹਾਂ ਵੀ ਬੱਚਿਆਂ ਦੇ ਜੋ ਕੁਐਸਚਨ ਸਨ ਉਹ ਕਲੀਅਰ ਹੋ ਗਏ ਹੋਣਗੇ ਜੀ। ਆਓ ਹੁਣ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਆਪਣੇ ਅੱਜ ਦੇ ਤੀਸਰੇ ਸੈਸ਼ਨ ਵੱਲ ਚੱਲਦੇ ਹਾਂ ਜੀ। ਸਾਡਾ ਅੱਜ ਦਾ ਤੀਸਰਾ ਸੈਸ਼ਨ ਮਨਪ੍ਰੀਤ ਕੌਰ ਜੀ ਬਰਨਾਲਾ ਤੋਂ ਲੈ ਰਹੇ ਹਨ ਤੇ ਉਹਨਾਂ ਦਾ ਟੌਪਿਕ ਹੈ ਜੀ ਖਾਲਸਾ ਪੰਥ ਜੀਵਨ ਜਾਂਚ। ਮੈਂ ਮਨਪ੍ਰੀਤ ਕੌਰ ਜੀ ਨੂੰ ਰਿਕੁਐਸਟ ਕਰਦੀ ਹਾਂ ਕਿ ਉਹ ਆਪਣਾ ਅੱਜ ਦਾ ਟੌਪਿਕ ਸਟਾਰਟ ਕਰਨ ਜੀ। ਮੈਮ ਮਾਈਕ ਅਨਮਿਊਟ ਕਰ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਸਾਫ਼ ਆ ਰਹੀ ਹੈ ਜੀ? ਹਾਂਜੀ ਮੈਮ ਸਟਾਰਟ ਕਰੋ। ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਾਂਗੀ ਗੁਰੂ ਨਾਨਕ ਮਲਟੀਵਰਸਿਟੀ ਦਾ, ਜਿਹੜੇ ਮੈਨੂੰ ਪੜ੍ਹਾ ਵੀ ਰਹੇ ਨੇ ਤੇ ਉਹਨਾਂ ਨੇ ਅੱਜ ਮੈਨੂੰ ਮੌਕਾ ਵੀ ਦਿੱਤਾ ਕਿ ਇਸ ਕੈਂਪ ਦੇ ਵਿੱਚ ਮੈਂ ਆਪਣੇ ਵਿਚਾਰ ਸਾਂਝੇ ਕਰ ਸਕਾਂ। ਸੰਗਤ ਜੀ, ਪਿਛਲੇ 2-3 ਸੈਸ਼ਨਾਂ ਤੋਂ ਗੱਲ ਚੱਲ ਰਹੀ ਹੈ ਜੀਵਨ ਜਾਂਚ ਬਾਰੇ, ਕਿਉਂਕਿ ਇਹ ਕੈਂਪ ਹੈ ਜਿਹੜਾ ਇਹ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਹੈ ਤੇ ਇੱਕ ਪਰਸਨੈਲਿਟੀ ਨੂੰ ਡਿਵੈਲਪ ਕਰਨ ਦੇ ਲਈ ਉਸ ਇਨਸਾਨ ਦੀ ਜਿਹੜੀ ਜੀਵਨ ਜਾਂਚ ਹੈ ਉਹ ਵੀ ਉਸ ਤਰੀਕੇ ਦੀ ਹੋਣੀ ਚਾਹੀਦੀ ਹੈ। ਸੋ ਅੱਜ ਅਸੀਂ ਗੱਲ ਕਰਾਂਗੇ ਕਿ ਜਿਹੜਾ ਖਾਲਸਾ ਪੰਥ ਹੈ
ਉਹਦੀ ਜੀਵਨ ਜਾਂਚ ਬਾਕੀਆਂ ਨਾਲੋਂ ਵੱਖਰੀ ਕਿਵੇਂ ਹੈ? ਅਜਿਹਾ ਕੀ ਹੈ ਖਾਲਸਾ ਪੰਥ ਦੀ ਜੀਵਨ ਜਾਂਚ ਦੇ ਵਿੱਚ ਜੋ ਇੱਕ ਵਧੀਆ ਪਰਸਨੈਲਿਟੀ ਨੂੰ ਡਿਵੈਲਪ ਕਰਦਾ ਹੈ? ਸੰਗਤ ਜੀ, ਜੇ ਅਸੀਂ ਧਿਆਨ ਨਾਲ ਦੇਖੀਏ ਤਾਂ ਪੂਰੀ ਦੁਨੀਆ ਦੇ ਵਿੱਚ, ਪੂਰੀ ਕੁਦਰਤ ਦੇ ਵਿੱਚ, ਭਾਵੇਂ ਸੂਰਜ ਹੈ, ਚੰਦਰਮਾ, ਤਾਰੇ, ਜੀਵ ਜੰਤੂ, ਸਭ ਇੱਕ ਅਨੁਸ਼ਾਸਨ ਦੇ ਵਿੱਚ ਚੱਲਦੇ ਨੇ। ਭਾਵੇਂ ਸੂਰਜ ਹੈ, ਜਿਵੇਂ ਸੂਰਜ ਹੈ, ਉਹਨੇ ਆਪਣੀ ਚੜ੍ਹਨ ਦਾ ਸਮਾਂ ਜਾਂ ਆਪਣੇ ਛਿਪਣ ਦਾ ਸਮਾਂ ਕਦੇ ਨਹੀਂ ਬਦਲਿਆ। ਚੰਦ ਨੇ ਕਦੇ ਵੀ ਆਪਣੇ ਜਵਾਰ ਭਾਟੇ ਦਾ ਅਨੁਸ਼ਾਸਨ ਨਹੀਂ ਤੋੜਿਆ। ਹਲੇ ਤੱਕ ਵੀ ਮੱਝਾਂ, ਗਾਵਾਂ ਤੇ ਘੋੜਿਆਂ ਨੇ ਮਾਸ ਖਾਣਾ ਸ਼ੁਰੂ ਨਹੀਂ ਕੀਤਾ ਤੇ ਸ਼ੇਰਾਂ ਨੇ ਹਲੇ ਵੀ ਘਾਹ ਖਾਣਾ ਸ਼ੁਰੂ ਨਹੀਂ ਕੀਤਾ। ਪਰ ਜਿਹੜਾ ਇਨਸਾਨ ਹੈ, ਉਹ ਵੀ ਇੱਕ ਅਜਿਹਾ ਜੀਵ ਹੈ ਜਿਹਦੇ ਕੋਲ ਸੋਚਣ ਸਮਝਣ ਦੀ ਸ਼ਕਤੀ ਹੈ, ਤਾਂ ਉਹ ਆਪਣੀ ਮਰਜ਼ੀ ਦੇ ਨਾਲ ਸਭ ਕੁਝ ਤੈਅ ਕਰਦਾ ਹੈ। ਆਪਣੀ ਮਰਜ਼ੀ ਨਾਲ ਆਪਣਾ ਉੱਠਣ ਬੈਠਣ, ਖਾਣ ਪੀਣ, ਇਹ ਸਾਰੀ ਚੀਜ਼ਾਂ ਉਹ ਖੁਦ ਤੈਅ ਕਰਦਾ ਹੈ। ਤੇ ਇਨਸਾਨ ਨੂੰ ਹੀ ਸਭ ਤੋਂ ਜ਼ਿਆਦਾ ਦੁੱਖ ਤੇ ਸੁੱਖ ਪ੍ਰਭਾਵਿਤ ਕਰਦੇ ਨੇ, ਕਿਉਂਕਿ ਇਨਸਾਨ ਦੇ ਕੋਲ ਸੋਚਣ ਸਮਝਣ ਦੀ ਸ਼ਕਤੀ ਹੈ, ਉਹ ਸਭ ਕੁਝ ਖੁਦ ਤੈਅ ਕਰਦਾ ਹੈ। ਇਸ ਲਈ ਇਨਸਾਨ ਕੋਲ ਵਧੀਆ ਜੀਵਨ ਸ਼ੈਲੀ ਹੋਣੀ ਜ਼ਰੂਰੀ ਹੈ। ਹੁਣ ਧਰਮ ਹੈ ਜਿਹੜਾ ਸੰਗਤ ਜੀ, ਉਹ ਕਿਸੇ ਵੀ ਇਨਸਾਨ ਨੂੰ ਅਕਾਲ ਪੁਰਖ ਦੇ ਨਾਲ ਜੋੜਨ ਦਾ ਕੰਮ ਕਰਦਾ ਹੈ। ਤੇ ਕਿਸੇ ਧਰਮ ਦੇ ਵਿੱਚ ਜਿਹੜੇ ਨਿਯਮ ਬਣੇ ਹੁੰਦੇ ਨੇ, ਉਹ ਉਸ ਇਨਸਾਨ ਨੂੰ ਮਦਦ ਕਰਦੇ ਨੇ ਕਿ ਚੰਗੀ ਜੀਵਨ ਸ਼ੈਲੀ ਦੇਣ ਦੇ ਲਈ ਉਹਨੂੰ ਮਨੋਰਥ ਦਿੰਦੇ ਨੇ। ਜਿਵੇਂ ਪਿਛਲੇ ਸੈਸ਼ਨ ਦੇ ਵਿੱਚ ਹਰਮੀਤ ਸਿੰਘ ਵੀਰ ਜੀ ਨੇ ਗੱਲ ਕੀਤੀ ਸੀ ਕਿ ਕਈ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਦੇ ਜੀਵਨ ਦਾ ਮਨੋਰਥ ਕੀ ਹੈ। ਜਿਵੇਂ ਉਸ ਨੌਜਵਾਨ ਨੂੰ ਨਹੀਂ ਸੀ ਪਤਾ, ਜਿਵੇਂ ਉਹਨਾਂ ਨੇ ਕਹਾਣੀ ਸੁਣਾਈ ਸੀ ਕਿ ਇਸ ਨੌਜਵਾਨ ਦੇ ਲਈ ਜੀਵਨ ਦਾ ਮਨੋਰਥ ਸਿਰਫ ਖਾਣਾ ਖਾਣਾ ਸੀ, ਜਿਉਂਦੇ ਰਹਿਣਾ ਸੀ। ਸੰਗਤ ਜੀ, ਜੀਵਨ ਦਾ ਮਨੋਰਥ ਸਿਰਫ ਜਿਉਂਦੇ ਰਹਿਣਾ ਨਹੀਂ ਹੁੰਦਾ। ਜੀਵਨ ਦਾ ਮਨੋਰਥ ਹੁੰਦਾ ਆਨੰਦ ਦੀ ਪ੍ਰਾਪਤੀ ਕਰਨਾ, ਗਿਆਨ ਹਾਸਲ ਕਰਨਾ, ਦੂਜਿਆਂ ਦੀ ਭਲਾਈ ਦੇ ਲਈ ਕੰਮ ਕਰਨਾ। ਹੁਣ ਖਾਲਸਾ ਪੰਥ ਸਾਨੂੰ ਅਜਿਹੀ ਕਿਹੜੀ ਜੀਵਨ ਜਾਂਚ ਦਿੰਦਾ ਹੈ ਜਿਹਦੇ ਵਿੱਚ ਸਾਨੂੰ ਸਾਰੀਆਂ ਚੀਜ਼ਾਂ ਕਲੀਅਰ ਹੁੰਦੀਆਂ ਨੇ, ਇਹ ਸਭ ਚੀਜ਼ਾਂ ਪ੍ਰਾਪਤ ਹੁੰਦੀਆਂ ਨੇ। ਅਲੱਗ-ਅਲੱਗ ਧਰਮ ਨੇ ਜਿਹੜੇ, ਉਹਨਾਂ ਦੇ ਆਗੂ ਨੇ, ਉਹਨਾਂ ਨੇ ਆਪਣੇ ਧਰਮਾਂ ਦੇ ਲਈ ਅਲੱਗ-ਅਲੱਗ ਨਿਯਮ ਬਣਾਏ, ਅਲੱਗ-ਅਲੱਗ ਜੀਵਨ ਜਾਂਚਾਂ ਨਿਰਧਾਰਿਤ ਕੀਤੀਆਂ। ਗੁਰੂ ਨਾਨਕ ਦੇਵ ਜੀ ਜਦੋਂ ਇਸ ਸੰਸਾਰ ਦੇ ਵਿੱਚ ਆਏ ਸੀ, ਉਹਨਾਂ ਦਾ ਪ੍ਰਕਾਸ਼ ਹੋਇਆ ਸੀ, ਤਾਂ ਉਸ ਸਮੇਂ ਦੇ ਹਾਲਾਤ ਉਲਟੀ ਵਾੜ ਖੇਤ ਕੋ ਖਾਏ ਵਾਲੇ ਹੋਏ ਹੋਏ ਸੀ, ਕਿਉਂਕਿ ਉਦੋਂ ਜਿਹੜੇ ਪੁਜਾਰੀ ਸੀ ਉਹ ਕਰਮ ਕਾਂਡਾਂ ਦੇ ਨਾਲ, ਬਾਹਰੀ ਭੇਖਾਂ ਦੇ ਨਾਲ ਲੋਕਾਂ ਨੂੰ ਲੁੱਟਦੇ ਸਨ, ਤੇ ਜਿਹੜੇ ਰਾਜੇ ਸੀ ਉਹ ਵੀ ਅਨਿਆਂ ਕਰਦੇ ਸੀ ਤੇ ਜ਼ੁਲਮ ਕਰਦੇ ਸੀ। ਤੇ ਉਦੋਂ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਆਤਮਿਕ ਗੁਣ ਸੀ, ਉਹਨਾਂ ਦੇ ਜਿਹੜੇ ਆਤਮਿਕ ਗੁਣ ਸੀ, ਸਵੈ ਮਾਣ ਵਾਲੇ, ਨਿਰਭੈਤਾ ਵਾਲੇ, ਨਿਰਵੈਰਤਾ ਵਾਲੇ, ਜਾਤ ਪਾਤ ਤੋਂ ਰਹਿਤ, ਤੇ ਉਹ ਇੱਕ ਅਕਾਲ ਪੁਰਖ ਨੂੰ ਮੰਨਦੇ ਸੀ। ਉਹਨਾਂ ਦੇ ਜਿਹੜੇ ਆਤਮਾ ਦੇ ਗੁਣ ਸੀ, ਉਹਨਾਂ ਨੇ ਲੋਕਾਂ ਦੇ ਵਿੱਚ ਇੱਕ ਨਵਾਂ ਜੋਸ਼ ਪੈਦਾ ਕੀਤਾ ਸੀ। ਤੇ ਗੁਰੂ ਸਾਹਿਬ ਨੇ ਸਾਨੂੰ ਅੱਗੇ ਸੁਨੇਹਾ ਦਿੱਤਾ, ਕੀ ਸਿਖਾਇਆ ਸੀ? ਮੇਰੇ ਮਨ ਹਰ ਜਪ ਸਦਾ ਧਿਆਏ, ਸਦਾ ਆਨੰਦ ਹੋਵੇ ਦਿਨ ਰਾਤੀ, ਜੋ ਇੱਛੇ ਸੋਈ ਫਲ ਪਾਏ। ਗੁਰੂ ਸਾਹਿਬ ਜੀ ਨੇ ਜਿਹੜੇ ਕਰਮ ਕਾਂਡ ਸੀ, ਬਾਰੀ ਭੇਖ ਸੀ, ਉਹਨਾਂ ਦਾ ਵੀ ਵਿਰੋਧ ਕਰਦੇ ਹੋਏ ਪੰਡਿਤ ਹਰਦਿਆਲ ਨੂੰ ਵੀ ਕਿਹਾ ਸੀ, ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵੱਟ, ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਤੇ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਜਿਹੜੇ ਬਾਕੀ ਗੁਰੂ ਸਾਹਿਬਾਨ ਸੀ, ਉਹਨਾਂ ਨੇ ਵੀ ਇਹਨਾਂ ਕਰਮ ਕਾਂਡਾਂ ਦਾ ਵਿਰੋਧ ਕਰਦੇ ਹੋਏ ਮਾਨਸ ਕੀ ਜਾਤ ਸਭੈ ਏਕੈ ਪਹਿਚਾਨ ਦੇ ਸੰਦੇਸ਼ ਦੇ ਉੱਤੇ ਜ਼ੋਰ ਵੀ ਦਿੱਤਾ ਸੀ। ਪਰ ਸੰਗਤ ਜੀ, ਚੰਗਾ ਜੀਵਨ ਜਾਂ ਆਨੰਦ ਦੀ ਪ੍ਰਾਪਤੀ ਦੇ ਲਈ ਸਾਨੂੰ ਕੀ ਜ਼ਰੂਰੀ ਹੈ ਕਿ ਸਾਡੇ ਜੀਵਨ ਦੇ ਵਿੱਚ ਹਾਲਾਤ ਕਿਸੇ ਤਰੀਕੇ ਦੇ ਵੀ ਰਹਿਣ, ਭਾਵੇਂ ਦੁੱਖ ਆਵੇ, ਸੁੱਖ ਆਵੇ, ਅਸੀਂ ਬੈਲੈਂਸ ਰਹੀਏ, ਸਥਿਰ ਰਹੀਏ। ਜਦੋਂ ਖੁਸ਼ ਹੋਈਏ ਤਾਂ ਵੀ ਅਸੀਂ ਠੀਕ ਰਹੀਏ, ਪਰ ਜਦੋਂ ਦੁੱਖ ਆਵੇ ਤਾਂ ਇੱਕਦਮ ਢਹਿੰਦੀ ਕਲਾ ਦੇ ਵਿੱਚ ਨਾ ਜਾਈਏ, ਸਾਡਾ ਜੀਵਨ ਸਥਿਰ ਰਹੇ। ਤੇ ਉਹਦੇ ਲਈ ਸਾਨੂੰ ਜ਼ਰੂਰੀ ਕੀ ਹੈ? ਭਾਣਾ ਮੰਨਣਾ ਆਉਣਾ ਚਾਹੀਦਾ ਹੈ, ਤਾਂ ਕਿ ਸਾਡੇ ਜੀਵਨ ਦੇ ਵਿੱਚ ਬੈਲੈਂਸ ਬਣਿਆ ਰਹੇ। ਹੁਣ ਖਾਲਸਾ ਪੰਥ ਦੇ ਵਿੱਚ ਤੁਹਾਨੂੰ ਅਨੇਕਾਂ ਹੀ ਭਾਣਾ ਮੰਨਣ ਦੇ ਮਿਸਾਲਾਂ ਮਿਲ ਜਾਂਦੀਆਂ ਨੇ। ਜਿਵੇਂ ਭਾਈ ਭਿਖਾਰੀ ਜੀ ਤੇ ਭਾਈ ਸੰਮਣ ਜੀ, ਉਹਨਾਂ ਨੂੰ ਆਪਣੇ ਪੁੱਤਰਾਂ ਦੀ ਮੌਤ ਦਾ ਗਿਆਨ ਬਹੁਤ ਪਹਿਲਾਂ ਹੀ ਹੋ ਚੁੱਕਾ ਸੀ, ਪਰ ਉਹਨਾਂ ਨੇ ਕੀ ਕਿਹਾ ਕਿ ਜੇਕਰ ਅਸੀਂ ਗੁਰੂ ਸਾਹਿਬਾਨਾਂ ਤੋਂ ਆਪਣੇ ਪੁੱਤਰਾਂ ਦੀ ਉਮਰ ਵਧਾ ਵੀ ਲਈਏ ਤਾਂ ਵੀ ਤਾਂ ਉਹਨਾਂ ਨੇ ਇੱਕ ਦਿਨ ਮਰਨਾ ਹੈ ਹੀ। ਤੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਅਕਾਲ ਪੁਰਖ ਦੇ ਭਾਣੇ ਨੂੰ ਮੰਨਣਾ ਹੀ ਸਹੀ ਸਮਝਿਆ। ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਚਾਰ ਮੂਏ ਤੋਂ ਕਿਆ ਹੁਆ, ਜੀਵਤ ਕਈ ਹਜ਼ਾਰ, ਇਹ ਨਾਰਾ ਲਗਾਇਆ ਤੇ ਸਿੱਖਾਂ ਦੇ ਲਈ, ਪੂਰੀ ਦੁਨੀਆ ਦੇ ਲਈ ਚੜ੍ਹਦੀ ਕਲਾ ਦੀ ਇੱਕ ਨਵੀਂ ਮਿਸਾਲ ਕਾਇਮ ਕੀਤੀ। ਕਿਉਂਕਿ ਜਿਹੜਾ ਸਿੱਖ ਹੈ, ਖਾਲਸਾ ਧਰਮ ਹੈ, ਇਹ ਸਾਰੇ ਕਰਮ ਕਾਂਡਾਂ ਤੋਂ, ਬਾਹਰੀ ਭੇਖਾਂ ਤੋਂ ਆਜ਼ਾਦ ਹੈ। ਤਾਂ ਗੁਰੂ ਸਾਹਿਬ ਨੇ ਸਾਨੂੰ ਦਿਨ ਵਾਰ ਮਨਾਉਣ ਦੀ ਜਗ੍ਹਾ ਸਾਨੂੰ ਕੀ ਸੰਦੇਸ਼ ਦਿੱਤਾ? ਮਹਾ ਦਿਵਸ ਮੂਰਤ ਭਲੇ, ਜਾ ਕੋ ਨਦਰ ਕਰੇ, ਨਾਨਕ ਮੰਗੈ ਦਰਸਦਾਨ, ਕਿਰਪਾ ਕਰੋ ਹਰੇ। ਤੇ ਸਾਡੇ ਜੀਵਨ ਦੇ ਵਿੱਚ ਸਹਿਜ ਅਵਸਥਾ ਬਣੀ ਰਹੇ, ਇਸੇ ਲਈ ਹਰ ਖੁਸ਼ੀ ਤੇ ਹਰ ਗਮੀ ਦੇ ਮੌਕੇ ਦੇ ਉੱਤੇ ਕੜਾਹ ਪ੍ਰਸ਼ਾਦ ਦੀ ਦੇਗ ਦੇ ਨਾਲ ਆਨੰਦ ਸਾਹਿਬ ਜੀ ਦੀ ਬਾਣੀ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਇਸ ਬਾਣੀ ਦਾ ਜਾਪ ਵੀ ਸ਼ੁਰੂ ਕੀਤਾ। ਹੁਣ ਕਿਸੇ ਦੇ ਜੀਵਨ ਦੇ ਵਿੱਚ ਅਹਿਮ ਕੀ ਪ੍ਰਥਾਵਾਂ ਹੁੰਦੀਆਂ ਨੇ, ਅਹਿਮ ਕੀ ਰਸਮਾਂ ਹੁੰਦੀਆਂ ਨੇ। ਹਰ ਰਸਮ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਮਾਰਗਦਰਸ਼ਨ ਦਿੰਦੇ ਨੇ। ਜਿਵੇਂ ਵਿਆਹ ਦੀ ਰੀਤ ਹੈ, ਉਹਨਾਂ ਦੇ ਲਈ ਵੀ ਗੁਰੂ ਸਾਹਿਬਾਨ ਜੀ ਨੇ ਸੂਹੀ ਰਾਗ ਦੇ ਵਿੱਚ 4 ਲਾਵਾਂ ਗੁਰਬਾਣੀ ਦੇ ਵਿੱਚ ਦਰਜ ਕੀਤੀਆਂ। ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀ। ਕਿਉਂਕਿ ਦਾਜ ਪ੍ਰਥਾ ਵਿਆਹ ਦੇ ਨਾਲ ਜੁੜੀ ਹੋਈ ਹੈ ਤੇ ਸਮਾਜ ਦੀ ਬਹੁਤ ਬੁਰੀ ਪ੍ਰਥਾ ਹੈ। ਤੇ ਗੁਰੂ ਸਾਹਿਬਾਨ ਜੀ ਸਾਨੂੰ ਇਹਦੇ ਬਾਰੇ ਵੀ ਕੀ ਸਮਝਾਉਂਦੇ ਨੇ। ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸੋਭਾ ਦੇਵੋ ਜਿਤ ਸਵਰੈ ਮੇਰਾ ਕਾਜੋ। ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਿਗੁਰ ਦਾਨ ਦਿਵਾਇਆ, ਖੰਡ ਵਰ ਭੰਡ ਹਰ ਸੋਭਾ ਹੋਈ ਇਹ ਦਾਨ ਨ ਰਲੈ ਰਲਾਇਆ। ਹੋਰ ਮਨਮੁਖ ਦਾਜ ਜੇ ਰਖ ਦਿਖਾਲੇ ਸੋ ਕੂੜ ਅਹੰਕਾਰ ਕਚ ਪਾਜੋ, ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ। ਤੇ ਇਹਦੇ ਨਾਲ ਜਿਹੜਾ ਪਰਿਵਾਰਕ ਜੀਵਨ ਹੁੰਦਾਗਾ ਉਹਦੇ ਵਿੱਚ ਵੀ ਆਨੰਦ ਦਾ ਵਾਧਾ ਹੁੰਦਾ। ਹੁਣ ਸੰਗਤ ਜੀ, ਅੱਜ ਕੱਲ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਕੰਮ ਦੁਬਾਰਾ ਉਹੀ ਸ਼ੁਰੂ ਹੋ ਗਏ ਨੇ ਜਿਨ੍ਹਾਂ ਤੋਂ ਸਾਨੂੰ ਗੁਰੂ ਸਾਹਿਬਾਨ ਜੀ ਨੇ ਮਨਾ ਕੀਤਾ ਸੀ। ਸਾਡੇ ਗੁਰੂ ਸਾਹਿਬਾਨ ਜੀ ਨੇ ਸਾਨੂੰ ਕਦੇ ਵੀ ਨਹੀਂ ਕਿਹਾ ਕਿ ਪਰਮਾਤਮਾ ਦੀ ਪ੍ਰਾਪਤੀ ਧਾਰਮਿਕ ਸਥਾਨਾਂ ਤੇ ਜਾ ਕੇ ਹੁੰਦੀ ਹੈ ਜਾਂ ਸਰੋਵਰਾਂ ਤੇ ਇਸ਼ਨਾਨ ਕਰਕੇ ਹੁੰਦੀ ਹੈ। ਤੁਸੀਂ ਦੇਖੋਗੇ ਕਿ ਜਿਹੜਾ ਪੁਜਾਰੀ ਵਰਗ ਹੁੰਦਾ, ਜਦੋਂ ਅਸੀਂ ਕਰਮਕਾਂਡ ਕੋਈ ਕਰਵਾਉਂਦੇ ਆ ਤਾਂ ਉਹਦੇ ਨਾਲ ਸਿਰਫ ਪੁਜਾਰੀ ਵਰਗ ਨੂੰ ਹੀ ਲਾਭ ਹੁੰਦਾ, ਪਰ ਜਿਹੜਾ ਕਰਮਕਾਂਡ ਕਰਵਾਉਂਦਾ ਉਹਨੂੰ ਕੋਈ ਫਾਇਦਾ ਨਹੀਂ ਹੁੰਦਾ। ਚੰਗਾ ਜੀਵਨ ਜਿਉਣ ਦੇ ਲਈ, ਜਿਹਦੇ ਵਿੱਚ ਆਨੰਦ ਹੋਵੇ, ਸੇਵਾ ਹੋਵੇ, ਸਿਮਰਨ ਹੋਵੇ, ਇਹੋ ਜਿਹਾ ਜੀਵਨ ਜਿਉਣ ਦੇ ਲਈ ਨਾ ਤਾਂ ਸਾਨੂੰ ਘਰ ਛੱਡਣ ਦੀ ਜ਼ਰੂਰਤ ਹੈ, ਨਾ ਹੀ ਜੰਗਲਾਂ ਵਿੱਚ ਜਾ ਕੇ ਰਹਿਣ ਦੀ ਜ਼ਰੂਰਤ ਹੈ, ਤੇ ਨਾ ਹੀ ਜਿਹੜਾ ਪਰਮਾਤਮਾ ਨੇ ਪਰਿਵਾਰਕ ਵਿਧੀ ਬਣਾਈ ਹੈ ਇਹਦੇ ਵਿੱਚ ਅੜਿੱਕਾ ਪਾਉਣ ਦੀ ਜ਼ਰੂਰਤ ਹੈ। ਸਗੋਂ ਇਹ ਤਾਂ ਉਹ ਸਮਾਂ ਹੈ ਕਿ ਜੰਗਲ ਦੇ ਰਾਜਾ ਸ਼ੇਰ ਵਾਂਗ ਸਿੰਘ ਸੱਜ ਕੇ ਸਮਾਜ ਵਿੱਚ ਰਹਿਣ ਦਾ ਸਮਾਂ ਹੈ। ਤੇ ਇੱਕ ਗੱਲ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਹਰੇਕ ਜਗ੍ਹਾ ਉੱਤੇ ਸਾਨੂੰ ਕੀ ਦੱਸਦੇ ਨੇ ਕਿ ਪਰਮਾਤਮਾ ਦੀ ਸ਼ਰਨ ਦੇ ਵਿੱਚ ਜਦੋਂ ਅਸੀਂ ਆ ਜਾਂਦੇ ਹਾਂ, ਸਾਡੇ ਸਾਰੇ ਦੁੱਖ, ਸਾਰੀਆਂ ਚਿੰਤਾਵਾਂ ਆਪਣੇ ਆਪ ਹੀ ਦੂਰ ਹੋ ਜਾਂਦੀਆਂ ਨੇ। ਤੇ ਗੁਰੂ ਸਾਹਿਬਾਨ ਜੀ ਕੀ ਸਾਨੂੰ ਸਿਖਾਉਂਦੇ ਨੇ, ਸਾਚ ਕਹੂੰ ਸੁਨ ਲਹਿਓ ਸਬੈ ਜਨ ਪ੍ਰੇਮ ਕੀਓ ਤਨ ਹੀ ਪ੍ਰਭ ਪਾਇਓ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਿਆਂ ਨੂੰ ਆਪਣਾ ਰੂਪ ਵੀ ਦਿੱਤਾ, ਆਪਣੀ ਸ਼ਕਤੀ ਵੀ ਦਿੱਤੀ। ਗੁਰੂ ਨਾਨਕ ਦੇਵ ਜੀ ਨੂੰ ਤੇ ਅਕਾਲ ਪੁਰਖ ਨੂੰ ਉਹਨਾਂ ਨੇ ਆਪਣਾ ਗਵਾਹ ਬਣਾਉਂਦੇ ਹੋਏ ਗੁਰਬਾਣੀ ਦੇ ਵਿੱਚ ਕੀ ਕਿਹਾ, ਸਾਡੇ ਲਈ ਕੀ ਕਿਹਾ, ਉਹ ਗਵਾਹੀ ਕੀ ਭਰੀ ਉਹਨਾਂ ਨੇ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ में हो करो निवास। ਪਰ ਨਾਲ ਹੀ ਗੁਰੂ ਸਾਹਿਬਾਨ ਜੀ ਨੇ ਅਕਾਲ ਪੁਰਖ ਦੇ ਪੁਜਾਰੀਆਂ ਨੂੰ ਤੇ ਆਪਣੇ ਪੁੱਤਰਾਂ ਨੂੰ ਇਹ ਵੀ ਸਮਝਾਇਆ, ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਸੰਗਤ ਜੀ, ਅੱਜ ਅਸੀਂ ਕਿੰਨੇ ਭੁੱਲੇ ਹੋਏ ਆ, ਕਿੰਨੇ ਕੁਰਾਹੇ ਪਏ ਹੋਏ ਆ। ਅੱਜ ਵੀ ਅਸੀਂ ਮੜੀਆਂ ਮਸਾਣੀਆਂ ਤੇ ਜਾਂਦੇ ਆ, ਜੰਤਰ ਮੰਤਰ ਕਰਦੇ ਆ, ਜੋਤਸ਼ੀਆਂ ਕੋਲ ਜਾਂਦੇ ਆ। ਇਹਨਾਂ ਰਸਤਿਆਂ ਨੂੰ ਤਿਆਗਣ ਦੀ ਕੋਸ਼ਿਸ਼ ਕਰੋ, ਇਹਨਾਂ ਆਦਤਾਂ ਨੂੰ ਛੱਡੋ ਤੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਦੇਖੋ ਸਹੀ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ। ਤੇ ਇਹ ਸ਼ਬਦ ਅੱਜ ਅਸੀਂ ਦੁਹਰਾਈਏ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮਨਪ੍ਰੀਤ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਸਾਡੇ ਨਾਲ ਇੰਨੇ ਵਧੀਆ ਵਿਚਾਰ ਸਾਂਝੇ ਕੀਤੇ, ਸਾਨੂੰ ਦੱਸਿਆ ਕਿ ਅਸੀਂ ਗੁਰਬਾਣੀ ਅਨੁਸਾਰ ਆਪਣਾ ਜੀਵਨ ਕਿਸ ਤਰ੍ਹਾਂ ਜਿਉਣਾ ਹੈ। ਗੁਰੂ ਸਾਹਿਬ ਨੇ ਸਾਨੂੰ ਕੀ ਉਪਦੇਸ਼ ਦਿੱਤੇ ਹਨ ਤੇ ਸਾਨੂੰ ਹਮੇਸ਼ਾ ਉਹਨਾਂ ਸਿਧਾਂਤਾਂ ਦੇ ਉੱਤੇ ਚੱਲ ਕੇ ਹੀ ਆਪਣੇ ਜੀਵਨ ਵਿੱਚ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ ਅਤੇ ਭਾਣਾ ਮੰਨਣਾ ਚਾਹੀਦਾ ਹੈ। ਅਤੇ ਗੁਰੂ ਸਾਹਿਬ ਅੱਗੇ ਹਮੇਸ਼ਾ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਉਹ ਸਾਨੂੰ ਭਾਣਾ ਮੰਨਣ ਦੀ ਸਮਰੱਥਾ ਦੇਣ। ਸੋ ਆਓ, ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਅੱਜ ਦੇ ਕੈਂਪ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ। ਤੇ ਇਸ ਦੇ ਨਾਲ ਮੈਂ ਆਪ ਸਾਰਿਆਂ ਜੀ ਨੂੰ ਇੱਕ ਗੁੱਡ ਨਿਊਜ਼ ਦੇਵਾਂਗੀ ਕਿ ਜੋ ਸਾਡਾ ਪਰਸਨੈਲਿਟੀ ਡਿਵੈਲਪਮੈਂਟ ਹੈ, ਸੋ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਨੂੰ ਐਕਸਟੈਂਡ ਕਰ ਦਿੱਤਾ ਗਿਆ ਹੈ ਜੀ। ਇਸ ਦੇ ਦਿਨ ਹੋਰ ਵੱਧ ਗਏ ਹਨ ਜੀ। ਸੋ ਆਓ ਅਸੀਂ ਸਾਰੇ ਵੱਧ ਤੋਂ ਵੱਧ ਰਲ ਮਿਲ ਕੇ ਇਸ ਕੈਂਪ ਵਿੱਚ ਸ਼ਮੂਲੀਅਤ ਕਰੀਏ, ਬਹੁਤ ਕੁਝ ਸਿੱਖੀਏ ਅਤੇ ਹੋਰਨਾਂ ਨੂੰ ਵੀ ਸਿਖਾਈਏ, ਅਤੇ ਨਾਲ ਹੀ ਨਾਲ ਹੋਰਨਾਂ ਨੂੰ ਵੀ ਪ੍ਰੇਰਿਤ ਕਰੀਏ ਕਿ ਉਹ ਵੀ ਇਸ ਕੈਂਪ ਵਿੱਚ ਸ਼ਮੂਲੀਅਤ ਕਰਨ ਤੇ ਆਪਣੇ ਗਿਆਨ ਵਿੱਚ ਵਾਧਾ ਕਰੀਏ। ਹੁਣ ਕੁਝ ਹੈਂਡ ਰੇਜ਼ ਹਨ ਜੀ, ਜਿਨ੍ਹਾਂ ਵਿੱਚ ਲਵਪ੍ਰੀਤ ਕੌਰ ਜੀ, ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗੀ ਕਿ ਉਹ
अपने विचार पेश करन जी। लवप्रीत कौर जी, अपनी वीडियो ऑन कर लो जी। लवप्रीत कौर जी, वाहिगुरू जी का खालसा, वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। वाहिगुरू जी खालसा फतेह। हाँ जी लवप्रीत कौर जी, स्टार्ट करो जी। ਮੈਂ ਟੌਪਿਕ ਤੇ ਬੋਲਣਾ ਚਾਹੁੰਦੀ ਹਾਂ ਅੰਖ ਤੇ ਖਿਮਾ ਤੇ ਜੋ ਅੰਕਲ ਜੀ ਨੇ ਬਹਾਦਰ ਸਿੰਘ ਅੰਕਲ ਜੀ ਨੇ ਬੋਲਿਆ ਸੀ ਕਿ ਸਾਨੂੰ ਮਤਲਬ ਸਿਚੁਏਸ਼ਨ ਦੇ ਅਕੋਰਡਿੰਗ ਰਿਐਕਟ ਕਰਨਾ ਚਾਹੀਦਾ। ਇਹਦਾ ਗੁਰਬਾਣੀ 'ਚ ਫਰਮਾਨ ਆਉਂਦਾ ਗਾ ਵੀ ਵਕਤ ਵਿਚਾਰੇ ਸੋ ਬੰਦਾ ਹੋਏ, ਵੀ ਸਾਨੂੰ ਵਕਤ ਨੂੰ ਧਿਆਨ ਵਿੱਚ ਰੱਖਦੇ ਹੋਏ ਤੇ ਮਤਲਬ ਦੇਖਣਾ ਚਾਹੀਦਾ ਸਾਡੀ ਸਿਚੁਏਸ਼ਨ ਉਸ ਟਾਈਮ ਕੀ ਹੈ ਤੇ ਸਾਨੂੰ ਫਿਰ ਪਹਿਲ ਕਰਨੀ ਚਾਹੀਦੀ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਹੁਣ ਮੈਂ ਮੈਮ ਸੁਰਿੰਦਰ ਕੌਰ ਜੀ ਨੂੰ ਰਿਕਵੈਸਟ ਕਰਦੀ ਹਾਂ ਕਿ ਉਹ ਆਪਣੇ ਵਿਚਾਰ ਪੇਸ਼ ਕਰਨ ਜੀ। ਵੀਰ ਜੀ ਉਹਨਾਂ ਨੂੰ ਸਪੋਟ ਕਰ ਦਿਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੈਟਵਰਕ ਦੀ ਵਾਹਿਗੁਰੂ ਜੀ ਪ੍ਰੋਬਲਮ ਆ ਖਾਲਸਾ। ਗਈ, ਆਵਾਜ਼ ਆ ਰਹੀ ਹੈ ਜੀ? ਧੰਨਵਾਦ ਹਾਂਜੀ ਜੀ ਮੈਮ ਆ ਰਹੀ ਹੈ ਆਵਾਜ਼। ਦਿੱਤਾ ਹੈ ਨਾ ਬੋਲਣ ਦਾ। ਤੇ ਮੇਰੀ ਗੱਲ ਵਿਚਾਲੇ ਰਹਿ ਗਈ ਸੀ ਕਿਉਂਕਿ ਬੇਟੀ ਦਾ ਜਿਹੜਾ ਸਵਾਲ ਸੀਗਾ ਵੀ ਉੱਥੇ ਰਸਦ ਹੋਰ ਦੇਣੀ ਆ ਚਾਹੀਦੀ ਜਾਂ ਨਹੀਂ ਦੇਣੀ ਚਾਹੀਦੀ, ਮੇਨ ਤਾਂ ਇਹੀ ਸਵਾਲ ਸੀ ਉਸਦਾ। ਤੇ ਇਹਦੇ ਵਿੱਚੋਂ ਮੈਂ ਇਹੀ ਕਹਾਂਗੀ ਕਿ ਜਿਵੇਂ ਸਾਨੂੰ ਉੱਥੋਂ ਦਾ ਮਾਹੌਲ ਦੇਖਣਾ ਪਵੇਗਾ। ਇੱਕ ਤਾਂ ਹੁੰਦਾ ਵੀ ਉਸ ਜਿੱਥੇ ਲੰਗਰ ਚੱਲ ਰਿਹਾ ਉੱਥੇ ਬਹੁਤ ਪ੍ਰਾਪਰਟੀ ਪਹਿਲਾਂ ਹੈ ਤੇ ਅਸੀਂ ਆਪਣਾ ਦਸਵੰਧ ਹੈ ਜਿਹੜਾ ਉਹ ਸਤਿਗੁਰੂ ਜੀ ਸਾਨੂੰ ਬਾਣੀ ਅੰਦਰ ਦੱਸਦੇ ਨੇ, ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈ ਹੈ ਮਾਨ, ਅਕਲੀ ਪੜ ਕੇ ਬੁੱਝੀ ਹੈ ਅਕਲੀ ਕੀਚੈ ਦਾਨ, ਵੀ ਅਸੀਂ ਉਹ ਆਪਣਾ ਕਿਤੇ ਦਸਵੰਧ ਹੋਰ ਦੇ ਸਕਦੇ ਹਾਂ। ਜੇ ਉੱਥੇ ਪਹਿਲਾਂ ਹੀ ਪ੍ਰਾਪਰਟੀ ਬਹੁਤ ਹੈ, ਗੁਰਦੁਆਰੇ ਦੇ ਨਾਮ ਕਈਆਂ ਦੀ ਜ਼ਮੀਨ ਹੁੰਦੀ ਹੈ ਜਾਂ ਹੋਰ ਚੜਾਵਾ ਬਹੁਤ ਸਾਰਾ ਹੁੰਦਾ ਹੈਗਾ ਕਿ ਉੱਥੇ ਅਸੀਂ ਨਹੀਂ ਦੇ ਸਕਦੇ ਕਿਉਂਕਿ ਉੱਥੇ ਪਹਿਲਾਂ ਹੀ ਬਹੁਤ ਕੁਝ ਹੈ, ਤੋਂ ਅਸੀਂ ਆਪਣਾ ਦਸਵੰਧ ਕਿਸੇ ਹੋਰ ਥਾਂ ਸਫਲਾ ਕਰ ਸਕਦੇ ਜਿੱਥੇ ਸਾਨੂੰ ਪਤਾ ਹੋਵੇ ਵੀ ਹਾਂ ਇੱਥੇ ਲੋੜ ਹੈ। ਤੇ ਇਹ ਉੱਥੋਂ ਦਾ ਮਾਹੌਲ ਤੇ ਡਿਪੈਂਡ ਹੈ। ਜਿਵੇਂ ਮੈਂ ਗੁਰਬਾਣੀ ਦਾ ਫਰਮਾਨ ਪੜਿਆ ਵੀ ਗੁਰ ਕੀ ਕਰਨੀ ਕਾਹੇ ਧਾਵੋ, ਗੁਰੂ ਜੀ ਨੇ ਜੋ ਜੋ ਕੌਤਕ ਵਰਤਾਏ ਆ, ਜੋ ਜੋ ਉਹਨਾਂ ਦੀ ਲੀਲਾ ਰਹੀ ਆ ਉਹਨਾਂ ਦੇ ਆਪਣੇ ਜੀਵਨ ਦੇ ਅੰਦਰ, ਕਿਸੇ ਨੂੰ ਕਿਸ ਤਰ੍ਹਾਂ ਤਰੀਕੇ ਨਾਲ ਆਪਣੇ ਆਪਣੇ ਤਰੀਕੇ ਦੇ ਨਾਲ ਕਿਵੇਂ ਕਿਵੇਂ ਸੁਧਾਰ ਕੀਤਾ ਜਿਨ੍ਹਾਂ ਦਾ, ਉਹ ਗੁਰੂ ਇਤਿਹਾਸ ਦੇ ਵਿੱਚ ਆਪਾਂ ਪੜ੍ਹਦੇ ਸੁਣਦੇ ਹਾਂ। ਤੇ ਗੁਰੂ ਪਾਤਸ਼ਾਹ ਜੀ ਨੇ ਤਾਂ 10ਵੇਂ ਜਾਮੇ ਦੇ ਵਿੱਚ ਇੱਕ ਆਪਣਾ ਦਾਨ ਵੀ ਕੀਤਾ ਸੀਗਾ, ਜਿਵੇਂ ਸ਼ਨੀ ਗ੍ਰਹਿ ਵਾਲੇ ਦਿਨ, ਸ਼ਨੀ ਵਾਲੇ ਦਿਨ ਮਾਹਾਂ ਦੀ ਦਾਲ, ਲੋਹਾ ਤੇ ਇਸ ਤਰ੍ਹਾਂ ਤੇਲ ਦਾਨ ਕੀਤਾ ਸੀ। ਉਹ ਇੱਕ ਪੇਪਰ ਸੀ, ਜਿਵੇਂ ਹੁਣ ਇੱਥੇ ਭਾਈ ਮੰਝ ਦਾ ਪੇਪਰ ਹੈ ਉਹ ਵੀ ਇੱਕ ਪੇਪਰ ਸੀ ਗੁਰਸਿੱਖਾਂ ਦੇ ਲਈ ਵੀ ਕੀ ਮੇਰੇ ਗੁਰਸਿੱਖ ਹੈ ਜਿਹੜੇ ਉਹ ਇਸ ਵਹਿਮ ਭਰਮ ਤੋਂ ਉੱਪਰ ਉੱਠ ਖੜੇ ਨੇ, ਉਹਨਾਂ ਨੂੰ ਸੋਝੀ ਆ ਗਈ ਨਹੀਂ ਕਿ ਉਹ ਸ਼ਬਦ ਦੇ ਧਾਰਨੀ ਹੋ ਚੁੱਕੇ ਹੈ ਜਾਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਸ਼ਬਦ ਨੂੰ ਲੈ ਆਂਦਾ। ਤਾਂ ਗੁਰੂ ਸਾਹਿਬ ਜੀ ਸਮੇਂ ਸਮੇਂ ਅਨੁਸਾਰ ਪਹਿਲੇ ਜਾਮੇ ਤੋਂ ਲੈ ਕੇ ਸਮੇਂ ਅਨੁਸਾਰ 10ਵੇਂ ਜਾਮੇ ਤੱਕ ਗੁਰਸਿੱਖਾਂ ਨੂੰ ਪੇਪਰ ਪਾਉਂਦੇ ਆਏ ਹੈ। ਤੇ 10ਵੇਂ ਜਾਮੇ ਦੇ ਵਿੱਚ ਇਹ ਪੇਪਰ ਪਾਇਆ ਕਿ ਸ਼ਨੀਚਰਵਾਰ ਵਾਲੇ ਦਿਨ ਇੱਕ ਪੰਡਤ ਲਿਆ, ਬਹੁਤ ਸਾਰਾ ਲੋਹਾ ਤੇ ਮਾਹਾਂ ਦੀ ਦਾਲ ਤੇ ਤੇਲ ਹੈ ਜਿਹੜਾ ਉਹ ਦਾਨ ਕਰ ਦਿੱਤਾ। ਉਹ ਪੇਪਰ ਸੀ ਗੁਰਸਿੱਖਾਂ ਦਾ। ਜਦੋਂ ਪੰਡਤ ਜੀ ਲੈ ਕੇ ਆ ਰਹੇ ਨੇ ਪੂਰੇ ਗੁਰਸਿੱਖ ਮਿਲੇ ਤੇ ਗੁਰਸਿੱਖਾਂ ਨੇ ਪੁੱਛਣਾ ਕੀਤਾ ਵੀ ਹਾਂ ਤੁਸੀਂ ਕੀ ਲਈ ਜਾਂਦੇ ਹੋ ਪੰਡਤ ਜੀ? ਤਾਂ ਉਹ ਕਹਿੰਦੇ ਤੁਹਾਨੂੰ ਨਹੀਂ ਪਤਾ ਅੱਜ ਸ਼ਨੀਵਾਰ ਹੈ, ਅੱਜ ਗੁਰੂ ਸਾਹਿਬ ਨੇ ਸਾਨੂੰ ਇਹ ਦਾਨ ਦਿੱਤਾ ਗਾ। ਸਾਰੇ ਗੁਰਸਿੱਖਾਂ ਦਾ ਇਕੱਠੇ ਗ੍ਰਹਿ ਟਾਲ ਦਿੱਤਾ। ਤਾਂ ਉਹਦੀ ਗੁਰਸਿੱਖਾਂ ਨੇ ਹੁਣ ਸ਼ਬਦ ਦੀ ਕਮਾਈ ਹੈ, ਗੁਰੂ ਦੇ ਨਾਲ ਸਾਂਝ ਹੈ, ਤੇ ਉਹਦੀ ਗੁਰਸਿੱਖਾਂ ਨੇ ਉਹ ਬਾਣੀ ਨੂੰ ਪੜ੍ਹਿਆ। ਕਿਹੜਾ ਪੜ੍ਹਿਆ ਕਿ ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਮ, ਵੀ ਸਤਿਗੁਰੂ ਦਾ ਨਾਮ ਹੀ ਗ੍ਰਹਿ ਦੀ ਨਿਵਰਤੀ ਕਰਦਾ ਹੈ। ਕੋਈ ਗ੍ਰਹਿ ਇਹਦੇ ਅੱਗੇ ਗੁਰੂ ਦੇ ਨਾਮ ਅੱਗੇ ਕੋਈ ਗ੍ਰਹਿ ਨਹੀਂ ਟਿਕਦਾ। ਸ਼ਨੀ ਗ੍ਰਹਿ, ਮੰਗਲ ਗ੍ਰਹਿ, ਜੋ ਵੀ ਗ੍ਰਹਿ ਬਣਾਏ ਆ ਨਾ ਤਾਂ ਉਹ ਦੂਸਰਿਆਂ ਵਾਸਤੇ ਹੀ ਹੋਣਗੇ ਜਿਹੜੇ ਗੁਰੂ ਨਾਲ ਨਹੀਂ ਜੁੜੇ। ਸ਼ਗਨ ਅਪ ਸ਼ਗਨ ਤਿਸ ਕੋ ਲੱਗਿਆ ਜਿਸ ਚੀਤ ਨਾ ਆਵੇ। ਤਾਂ ਸਤਿਗੁਰਾਂ ਨੇ ਜਦੋਂ ਇਹ ਪਾਇਆ ਸੀ ਪੇਪਰ ਤੇ, ਜਦੋਂ ਗੁਰੂ ਦੀ ਬਾਣੀ ਚੇਤੇ ਆਈ ਗੁਰਸਿੱਖਾਂ ਨੂੰ, ਨਾਲ ਦੀ ਨਾਲ ਫਿਰ ਉਹਨਾਂ ਨੇ ਬਾਣੀ ਚੇਤੇ ਕਰਦਿਆਂ ਕਿਹਾ ਪੰਡਤ ਜੀ ਇਹ ਸਾਨੂੰ ਦੇ ਦਿਓ, ਤੇ ਸਾਨੂੰ ਦੇ ਦਿਓ। ਉਹਨਾਂ ਤੋਂ ਲੈ ਲਿਆ ਵਾਪਸ ਲੈ ਕੇ। ਉਹ ਇਤਿਹਾਸ ਗਵਾਹ ਹੈ
ਕਿ ਜਿਹੜੇ ਉੱਥੇ ਸਿਗਲੀਗਰ ਭਰਾ ਬੈਠੇ ਸੀ ਉਹਨਾਂ ਨੂੰ ਉਹ ਸਾਰਾ ਲੋਹਾ ਫੜਾ ਦਿੱਤਾ ਕਿ ਇਸ ਦੇ ਹੁਣ ਕੜੇ ਬਣਾ ਦਿਓ, ਸਾਰੇ ਕੜੇ ਬਣਾ ਦਿਓ, ਅਸੀਂ ਸਾਰੇ ਗੁਰਸਿੱਖਾਂ ਨੇ ਕੜੇ ਪਾਉਣੇ ਆ। ਤੇ 2-4 ਗੁਰਸਿੱਖਾਂ ਨੂੰ ਕਿਹਾ ਕਿ ਤੁਸੀਂ ਅੱਗ ਮਚਾਓ, ਆਪਾਂ ਸ਼ਨੀ ਨੂੰ ਤਲ ਕੇ ਖਾਈਏ। ਗੁਰਸਿੱਖਾਂ ਨੇ ਤੇ ਇਸੇ ਤਰ੍ਹਾਂ ਕੀਤਾ ਕਿ ਸ਼ਨੀ ਗ੍ਰਹਿ ਨੂੰ ਤਲ ਕੇ ਖਾ ਗਏ, ਭਾਵ ਮਹਾਂ ਦੀ ਦਾਲ ਨੂੰ ਰਗੜਾ ਚਾੜਿਆ ਤੇ ਤੇਲ ਗਰਮ ਕਰਕੇ ਮਹਾਂ ਦੀ ਦਾਲ ਦੇ ਵੜੇ ਪਕਾ ਕੇ ਖਾ ਲਏ ਤੇ ਲੋਹੇ ਦੇ ਕੜੇ ਬਣਾ ਕੇ ਪਾ ਲਏ। ਪਰ ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਿਆ, ਗੁਰੂ ਗੋਬਿੰਦ ਸਿੰਘ ਜੀ ਨੂੰ, ਕਿ ਗੁਰਸਿੱਖਾਂ ਨੇ ਏਦਾਂ ਕੀਤਾ ਹੈਗਾ, ਤਾਂ ਗੁਰੂ ਸਾਹਿਬ ਨਾਰਾਜ਼ ਨਹੀਂ ਹੋਏ, ਉਹਨਾਂ ਨੇ ਬੁਰਾ ਨਹੀਂ ਮਨਾਇਆ, ਗੁਰਸਿੱਖਾਂ ਨੂੰ ਪਿਆਰ ਦਿੱਤਾ ਤੇ ਉਹ ਹੋਰ ਖੁਸ਼ੀ ਨਾਲ ਗਦਗਦ ਹੋ ਉੱਠੇ। ਗੁਰਸਿੱਖਾਂ ਨੂੰ ਵੀ ਨਿਹਾਲ ਕੀਤਾ ਕਿ ਮੇਰੇ ਗੁਰਸਿੱਖ ਹੁਣ ਸ਼ਬਦ ਦੇ ਧਾਰਨੀ ਹੋ ਚੁੱਕੇ ਨੇ, ਉਹ ਉੱਪਰ ਉੱਠ ਚੁੱਕੇ ਨੇ ਇਹਨਾਂ ਵਹਿਮਾਂ ਭਰਮਾਂ ਤੋਂ। ਸੋ ਗੁਰੂ ਦੀ ਕਰਨੀ ਹੈ ਜਿਹੜੀ, ਉਹ ਗੁਰੂ ਜਾਣਦਾ ਹੈ ਕਿ ਭਾਈ ਮੰਝ ਨੂੰ ਕਿੱਥੇ ਲੈ ਕੇ ਜਾਣਾ ਸੀ, ਕਿਹੜੀ ਪਦਵੀ ਤੇ ਪਹੁੰਚਾਉਣਾ ਸੀ, ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਪ੍ਰਸ਼ਾਦਾ ਕਿਉਂ ਛਕਦੇ ਹੋ। ਅਸੀਂ ਅੱਜ ਦੇਖਣਾ ਹੈ, ਅੱਜ ਦੇ ਲੰਗਰਾਂ ਦੇ ਵਿੱਚ ਤਾਂ ਇਹ ਗਿਣਤੀ ਕੀਤੀ ਜਾਂਦੀ ਹੈ, ਜੋ ਅੱਜ ਲੰਗਰ ਚੱਲਦੇ ਆ ਨਾ ਉਹਨਾਂ ਵਿੱਚ ਤਾਂ ਇਹ ਗਿਣਤੀ ਮਿਣਤੀ ਹੁੰਦੀ ਹੈ ਕਿ ਕਿੰਨੇ ਬਚ ਗਏ ਜਾਂ ਕਿੰਨੇ ਕੋਲੋਂ ਪਏ। ਇਹ ਹੋਇਆ ਹੁਣ ਹੁੰਦਾ ਗਾ, ਭਾਵ ਗਿਣਤੀਆਂ ਮਿਣਤੀਆਂ ਦੇ ਲੰਗਰ ਨੇ। ਹੁਣ ਤੇ ਅਸੀਂ ਗੁਰੂ ਦੇ ਜਿਹੜਾ ਲੰਗਰ ਅੱਜ ਚੱਲ ਰਿਹਾ, ਹੁਣ ਗੁਰੂ ਨਾਨਕ ਮਲਟੀਵਰਸਿਟੀ ਜਿੰਨ ਕਰਨ ਦੀ ਤੇ ਆਹ ਲੰਗਰ ਛਕਾਉਣ ਦੀ। ਲੰਗਰ ਦਾ ਭਾਵ ਹੁੰਦਾ ਕੁੰਡਾ, ਪਿਆਰ ਦਾ ਕੁੰਡਾ। ਫਾਰਸੀ ਦਾ ਸ਼ਬਦ ਹੈ ਲੰਗਰ, ਲੰਗਰ ਪ੍ਰਸ਼ਾਦਾ ਨਹੀਂ, ਲੰਗਰ ਦੇ ਵਿੱਚੋਂ। ਲੰਗਰ ਦਾ ਭਾਵ ਬਿਲਡਿੰਗ ਹੈ, ਕੁੰਡਾ ਹੈ ਜਿਹਦੇ ਵਿੱਚ ਪ੍ਰਸ਼ਾਦਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਮੈਂ ਸਮਾਂ ਜੇ ਜ਼ਿਆਦਾ ਲੈ ਗਈ ਹੋ ਤਾਂ ਮਾਫ ਕਰਨਾ, ਭੁੱਲਾਂ ਚੁੱਕਾਂ ਦੀ ਖਿਮਾ। ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮੈਮ ਸੁਰਿੰਦਰ ਕੌਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ, ਸੋ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਸਾਨੂੰ ਵਹਿਮਾਂ ਭਰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ, ਕਿ ਸਿੱਖ ਕਦੇ ਵੀ ਕੋਈ ਵਹਿਮ ਨਹੀਂ ਕਰਦਾ। ਆਓ ਹੁਣ ਅਸੀਂ ਆਪਣੇ ਅੱਜ ਦੇ ਕੈਂਪ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ ਜੀ। ਜਿਨ੍ਹਾਂ ਵੀ ਵਿਦਿਆਰਥੀਆਂ ਨੇ ਜਾਪ ਦੀ ਸੇਵਾ ਅਤੇ ਕੀਰਤਨ ਦੀ ਸੇਵਾ ਕਰਨੀ ਹੈ ਜੀ, ਉਹ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹਨ। ਵੀਰ ਜੀ ਸਕਰੀਨ ਸ਼ੇਅਰ ਕਰ ਦਿਓ। और जिन्ना विद्यार्थियों ने आज के कैंप संबंधी कोई भी फीडबैक देनी है या फिर आप जी दे कोई भी क्वेश्चंस हैं, तो आप जी स्क्रीन पे दिते गए नंबर ते संपर्क कर सकते हो जी। कल फिर असी इसे टाइम दे ऊपर मिलांगे जी। वाहिगुरू जी का खालसा, वाहिगुरू जी की फतेह।